टाटा नूं तरसे जद कबीला मेरा, टाटा नूं तरसे जद कबीला मेरा, की करांगा सन्मान च दशाला लैके। ਅੱਜ ਦੇ ਇਸ ਵਿਸ਼ੇਸ਼ ਸੈਗਮੈਂਟ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਪਾਪਾ ਟੋਏ ਟੋਏ। ਪ੍ਰੋਗਰਾਮ ਨਿਊਜ਼ੀਲੈਂਡ ਦਿਸ ਵੀਕ ਲੈ ਕੇ ਹਰੇਕ ਸੋਮਵਾਰ ਤੁਹਾਡੀ ਸੇਵਾ 'ਚ ਹਾਜ਼ਰ ਹੁੰਦਾ ਹਾਂ ਔਰ ਜਾਣਿਆ ਪਛਾਣਿਆ ਚਿਹਰਾ ਰਵਾਇਤੀ ਅੰਦਾਜ਼ ਦੇ ਵਿੱਚ ਗੱਲਾਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਅਸੀਂ ਆਪਣੇ ਵੱਡੇ ਵੀਰ ਅਵਤਾਰ ਤਰਕਸ਼ੀਲ ਹੋਣਾ ਦੇ ਨਾਲ ਕਰਦੇ ਹਾਂ। ਔਰ ਮੈਨੂੰ ਇਸ ਗੱਲ ਦਾ ਬੜਾ ਫਖਰ ਹੈ ਕਿ ਅੱਜ ਜਦੋਂ ਫੇਸਬੁੱਕ ਉੱਤੇ ਮੈਂ ਇਬਾਰਤ ਲਿਖ ਰਿਹਾ ਸੀ ਤੇ ਆਪ ਮੁਹਾਰੇ ਮੇਰੇ ਤੋਂ ਲਿਖਿਆ ਗਿਆ, ਅਵਾਰਡ ਜੇਤੂ ਵੀਰ ਅਵਤਾਰ ਤਰਕਸ਼ੀਲ ਹੋਣਾ ਦੇ ਨਾਲ ਨਿਊਜ਼ੀਲੈਂਡ ਦੀ ਆਰਥਿਕਤਾ ਦੇ ਬਾਰੇ ਕੁਝ ਗੱਲਾਂ ਬਾਤਾਂ ਜਿਹੜੀਆਂ ਉਸ ਦੀ ਚਰਚਾ ਅੱਜ ਦੇ ਪ੍ਰੋਗਰਾਮ 'ਚ ਹੋਵੇਗੀ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਭਾਈਚਾਰੇ ਦੇ ਵੱਖ-ਵੱਖ ਕਾਰਜਾਂ ਦੇ ਵਿੱਚ ਅਤੇ ਸਰਗਰਮੀਆਂ ਦੇ ਵਿੱਚ ਅਵਤਾਰ ਤਰਕਸ਼ੀਲ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਨੇ। ਆਓ ਇੱਕ ਵਾਰ ਫੇਰ ਉਹਨਾਂ ਦਾ ਸਵਾਗਤ ਕਰਦੇ ਹਾਂ। ਬੜੀ ਮਿਹਰਬਾਨੀ, ਜੀ ਆਇਆਂ ਨੂੰ ਅਵਤਾਰ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਪਰਮਿੰਦਰ ਸਿੰਘ ਜੀ ਤੇ ਸਾਰੇ ਪ੍ਰੋਗਰਾਮ ਦੇਖ ਰਹੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ ਅਵਤਾਰ ਜੀ, ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਸਾਡੀ ਜਿਹੜੀ ਪਹਿਲਾਂ ਗੱਲਬਾਤ ਹੋਣੀ ਤੈਅ ਹੋਈ ਸੀ, ਉਹ ਤੁਹਾਡੀ ਜਿਹੜੀ ਸਾਹਿਤਕ ਯਾਤਰਾ, ਚਾਹੇ ਉਹ ਵਾਰਤਕ ਦੀ ਹੈ ਚਾਹੇ ਉਹ ਕਵਿਤਾ ਦੀ ਹੈ, ਉਹਦੇ ਉੱਤੇ ਹੋਣੀ ਤੈਅ ਹੋਈ ਸੀ। ਲੇਕਿਨ ਮੈਨੂੰ ਤਸੱਲੀ ਇਸ ਗੱਲ ਦੀ ਹੈ ਕਿ ਜਿਹੜੀ ਤੁਹਾਡੀ ਲਿਖਤ ਹੈ, ਚਾਹੇ ਉਹ ਵਾਰਤਕ ਰੂਪ ਦੇ ਵਿੱਚ ਹੋਵੇ ਚਾਹੇ ਉਹ ਕਾਵ ਵਿਧਾ ਦੇ ਵਿੱਚ ਹੋਵੇ, ਉਸ ਦੇ ਵਿੱਚ ਮੈਂ ਦੇਖ ਰਿਹਾ ਕਿ ਲੋਕਾਂ ਦਾ ਦੁੱਖ ਜਿਹੜਾ ਹੌਲੀ ਹੌਲੀ ਉਸ ਨੂੰ ਤੁਸੀਂ ਕਾਗਜ਼ ਦੀ ਹਿੱਕ 'ਤੇ ਉਤਾਰਨਾ ਸ਼ੁਰੂ ਕਰ ਦਿੱਤਾ। ਹੁਣ ਲੋਕਾਂ ਦਾ ਇੱਕ ਦੁੱਖ ਇਹ ਵੀ ਹੈ ਕਿ ਕੋਵਿਡ ਤੋਂ ਬਾਅਦ ਝੰਬੇ ਹੋਏ ਨਿਊਜ਼ੀਲੈਂਡ ਦੀ ਆਰਥਿਕਤਾ ਜਿਹੜੀ ਹੈ ਉਹਨੂੰ ਠੁੰਮਣਾ ਨਹੀਂ ਮਿਲ ਰਿਹਾ। ਗਰਾਊਂਡ ਰਿਐਲਿਟੀ ਜ਼ਮੀਨੀ ਪੱਧਰ ਦੇ ਉੱਤੇ ਬਹੁਤ ਵੱਖਰੀ ਹੈ। ਸੋ ਇਹ ਜਿਹੜੇ ਮੁੱਦੇ ਨੇ, ਇਸ ਦੇ ਵਿੱਚ ਲਗਭਗ ਸਾਰੇ ਮੁੱਦੇ ਆਰਥਿਕਤਾ ਨਾਲ ਬੱਝੇ ਹੋਏ ਨੇ। ਤੁਸੀਂ ਇਸ ਸਾਰੇ ਵਰਤਾਰੇ ਨੂੰ ਅਜੋਕੇ ਸਮਿਆਂ 'ਚ ਕਿਵੇਂ ਦੇਖਦੇ ਹੋ? ਹਾਂਜੀ ਪਰਮਿੰਦਰ ਸਿੰਘ ਜੀ, ਵੀ ਜਿਹੜੀਆਂ ਆਪਣੇ ਕੋਲ ਅਖਬਾਰਾਂ ਦੇ ਵਿੱਚ ਖਬਰਾਂ ਆਉਂਦੀਆਂ ਜਾਂ ਮੀਡੀਆ ਦੇ ਵਿੱਚ ਕੋਈ ਖਬਰ ਆਉਂਦੀ ਆ, ਉਹਨੂੰ ਸਾਰੇ ਪੜ੍ਹ ਲੈਂਦੇ ਆ ਜੀ। ਪਰ ਜਿਹੜੀਆਂ ਚੀਜ਼ਾਂ ਸਾਨੂੰ ਲੋਕਾਂ ਦੇ ਘਰਾਂ ਵਿੱਚ ਜਾ ਕੇ ਦਿਸ ਸਕਦੀਆਂ, ਉਹ ਤੋਂ ਬਹੁਤ ਸਾਰੇ ਲੋਕ ਵਾਂਝੇ ਰਹਿ ਜਾਂਦੇ ਆ। ਜੀ ਬਿਲਕੁਲ। ਕਿਉਂਕਿ ਆਪਾਂ ਕਿਸੇ ਦੇ ਘਰ 'ਚ ਜਾਂਦੇ ਆ, ਆਪਾਂ ਸਿਟਿੰਗ ਰੂਮ ਦੇ ਵਿੱਚੋਂ ਮੁੜ ਆਉਣਾ ਹੁੰਦਾ ਗੱਲਬਾਤ ਕਰਕੇ। ਬਿਲਕੁਲ। ਪਰ ਕਈ ਚੀਜ਼ਾਂ ਹੈਗੀਆਂ ਆ ਵੀ ਪੂਰੇ ਘਰ ਦੇ ਵਿੱਚ ਜਾ ਕੇ ਤੁਹਾਨੂੰ ਦੀਦੀਆਂ ਤੇ ਉਹਦੇ ਵਿੱਚ ਬਹੁਤੀ ਵਾਰ ਘਰ ਵਾਲੇ ਵੀ ਦੱਸਣਾ ਨਹੀਂ ਚਾਹੁੰਦੇ। ਬਿਲਕੁਲ। ਤੇ ਅਸੀਂ ਵੀ ਪੂਰੇ ਘਰ ਦੇ ਵਿੱਚ ਨਹੀਂ ਜਾਂਦੇ ਉਹ ਚੀਜ਼ਾਂ ਦੇਖਣ, ਕਿਉਂਕਿ ਅਗਲੇ ਦੀ ਨਿੱਜਤਾ ਦਾ ਖਿਆਲ ਰੱਖੀਦਾ। ਹਾਂਜੀ ਬਿਲਕੁਲ। ਤੇ ਖਾਸ ਤੌਰ ਤੇ ਨਿਊਜ਼ੀਲੈਂਡ ਵਰਗਾ ਮੁਲਕ ਜਿੱਥੇ ਹਰ ਚੀਜ਼ ਦੇ ਉੱਤੇ ਪ੍ਰਾਈਵੇਸੀ ਕਹਿੰਦਾ ਅਗਲਾ ਵੀ ਮੇਰੀ ਪ੍ਰਾਈਵੇਸੀ ਲੀਕ ਨਾ ਹੋਵੇ ਜੀ, ਤਾਂ ਇਸ ਕਰਕੇ ਉਸ ਚੀਜ਼ ਨੂੰ ਲੁਕਾਇਆ ਜਾਂਦਾ ਜੀ। ਪਰ ਦੂਸਰੀ ਪ੍ਰੋਬਲਮ ਇਹ ਆ ਜਾਂਦੀ ਕਿ ਜੇ ਅਸੀਂ ਹਰ ਇੱਕ ਚੀਜ਼ ਨੂੰ ਲੁਕਾਉਣਾ ਸ਼ੁਰੂ ਕਰ ਦਈਏ ਤਾਂ ਆਪਣਾ ਉਸ ਚੀਜ਼ ਦਾ ਇਲਾਜ ਵੀ ਨਹੀਂ ਹੋ ਸਕਦਾ। ਐਗਜ਼ੈਕਟਲੀ। ਜੇ ਡਾਕਟਰ ਨੂੰ ਦੱਸੋਗੇ ਨੇ ਬਿਮਾਰੀ ਕੀ ਆ, ਹਾਂਜੀ, ਇਲਾਜ ਕੀ ਕਰੂਗਾ ਉਹ? ਬਿਲਕੁਲ। ਤੇ ਡਾਕਟਰ ਨੂੰ ਬਿਮਾਰੀ ਦੱਸਣਾ ਜ਼ਰੂਰੀ ਆ। ਤਾਂ ਹੁਣ ਕਈ ਹਾਲਤਾਂ ਦੇ ਵਿੱਚ ਇਹ ਹੈ ਵੀ ਡਾਕਟਰਾਂ ਨੂੰ ਬਿਮਾਰੀ ਆਪ ਵੀ ਲੱਭਣੀ ਪੈਂਦੀ ਆ ਜੀ। ਜਿੱਦਾਂ ਖਾਸ ਤੌਰ ਤੇ ਆਪਾਂ ਮਾਨਸਿਕ ਰੋਗਾਂ ਦੀ ਗੱਲ ਕਰਦੇ ਹਾਂ। ਬਿਲਕੁਲ, ਮੈਂਟਲ ਹੈਲਥ ਇਸ਼ੂਜ਼। ਹਾਂ, ਤੇ ਉੱਥੇ ਕਈ ਵਾਰ ਕੀ ਹੁੰਦਾ ਵੀ ਮਰੀਜ਼ ਸਾਡੇ ਕੋਲ ਆਉਂਦਾ ਹੈਗਾ ਆ ਤਾਂ ਉਹ ਆਪਣੀ ਬਿਮਾਰੀ ਬਾਰੇ ਦੱਸ ਨਹੀਂ ਸਕਦਾ ਜੀ। ਤੇ ਉਹ ਜਿਸ ਵੇਲੇ ਨਹੀਂ ਵੀ ਦੱਸਦਾ, ਸਾਨੂੰ ਉਹਦੇ ਨਾਲ ਗੱਲਬਾਤ ਕਰਕੇ ਆਪ ਲੱਭਣੀ ਪੈਂਦੀ ਹੈ। ਨੋ ਡਾਊਟ, ਨੋ ਡਾਊਟ। ਇਹ ਚੀਜ਼ਾਂ ਜਿਹੜੇ ਜਿਸ ਵੇਲੇ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ, ਮੈਨੂੰ ਜਾਣ ਦਾ ਮੌਕਾ ਮਿਲਦਾ ਕਿਉਂਕਿ ਮੈਂ ਪ੍ਰਾਪਰਟੀ ਇੰਸਪੈਕਸ਼ਨਾਂ ਕਰਦਾ ਰਹਿਣਾ ਜੀ। ਤੇ ਕੋਈ ਰਿਪੇਅਰ ਐਂਡ ਮੇਨਟੇਨੈਂਸ ਇਸ਼ੂਜ਼ ਹੁੰਦੇ ਆ ਤੇ ਮੈਂ ਪੂਰੇ ਘਰ ਦੇ ਵਿੱਚ ਚੱਲ ਜਾਂਦਾ। ਹਾਂਜੀ। ਤੇ ਜਿਹੜੇ ਲੋਕਾਂ ਦੇ ਹਾਲਾਤ ਮੈਂ ਦੇਖਿਆ ਕਿ ਲੋਕ ਕਾਰਪੈਟ ਦੇ ਉੱਤੇ ਸੌਂ ਰਹੇ ਆ। ਓਹੋ। ਉਹਨਾਂ ਕੋਲ ਗੱਦਾ ਹੈ ਨਹੀਂਗਾ, ਉਹਨਾਂ ਕੋਲ ਬੈੱਡ ਹੈ ਨਹੀਂਗਾ, ਔਰ ਸੋ ਬੁਨਿਆਦੀ ਸਹੂਲਤਾਂ ਵੀ ਹੈ ਨਹੀਂ। ਬੁਨਿਆਦੀ ਸਹੂਲਤਾਂ ਹੈ ਨਹੀਂ। ਉੱਤੇ ਉਹਨਾਂ ਦੇ ਜਿਹੜੀ ਸੀਲਿੰਗ ਹੈਗੀ ਆ, ਉੱਥੇ ਪੇਂਟ ਕਰਕੇ ਥੱਲੇ ਪੈਣ ਲੱਗਾ ਆ ਜੀ। ਤੇ ਜਿਸ ਵੇਲੇ ਮੈਂ ਦੇਖਦਾ ਵੀ ਜੇ ਉਹ ਬੰਦਾ ਸਿੱਧਾ ਤਾਂ ਨੂੰ ਅੱਖਾਂ ਕਰਕੇ ਪਿਆ ਆ ਤਾਂ ਉਹਦੀ ਅੱਖ ਦੇ ਵਿੱਚ ਕਦੇ ਵੀ ਉਹ ਪੇਂਟ ਘਿਰ ਸਕਦਾ, ਓਹੋ, ਟੁੱਟ ਕੇ। ਜਿੱਦਾਂ ਦੇ ਹਾਲਾਤ ਆ। ਤੁਸੀਂ ਅੰਦਾਜ਼ਾ ਲਾਓ ਵੀ ਤੁਸੀਂ ਇੱਕ ਬਾਲਗ ਦੀ ਗੱਲ ਕਰ ਰਹੇ ਹੋ, ਘਰ ਦੇ ਵਿੱਚ ਰਹਿ ਰਹੇ ਬਾਲਗ ਬੰਦੇ ਦੀ, ਅੱਗੋਂ ਬੱਚਿਆਂ ਦੇ ਤੱਕ ਇਸ ਦਾ ਪ੍ਰਭਾਵ ਕਿਸ ਤਰ੍ਹਾਂ ਦਾ ਹੋਏਗਾ? ਨੰਗੇ ਪੈਰੀਂ ਬਿਨਾਂ ਨਾਸ਼ਤੇ ਤੋਂ ਸਕੂਲ ਜਾ ਵੀ ਸਕਦੇ ਹੋਣਗੇ ਜਾਂ ਨਹੀਂ ਜਾ ਸਕਦੇ ਹੋਣਗੇ, ਔਰ ਇਹ ਕੋਵਿਡ ਤੋਂ ਬਾਅਦ ਵਾਲੇ ਜਿਹੜੇ ਇੰਪੈਕਟ ਆ ਉਹਨਾਂ ਦੀ ਚਰਚਾ ਹੋ ਰਹੀ ਹੈ। ਹਾਂਜੀ ਬਿਲਕੁਲ ਜੀ। ਕੋਵਿਡ ਤੋਂ ਬਾਅਦ ਬਹੁਤ ਵੱਡਾ ਅਸਰ ਪਿਆ, ਲੋਕਾਂ ਦੇ ਉੱਤੇ ਵੀ ਪਿਆ, ਬਿਜ਼ਨਸ ਜਿਹੜੇ ਚੱਲ ਰਹੇ ਆ ਉਹਨਾਂ ਦੇ ਉੱਤੇ ਅਸਰ ਪਿਆ ਜੀ। ਤੇ ਉਹ ਚੀਜ਼ ਕਹਿ ਲਓ ਵੀ ਵਰਸੀ ਹੋਈ ਜਾ ਰਹੀ ਆ। ਚਾਹੇ ਤੁਸੀਂ ਆਮ ਵਿਅਕਤੀ ਦੀ ਗੱਲ ਕਰਦੇ ਆ, ਚਾਹੇ ਤੁਸੀਂ ਬਿਜ਼ਨਸ ਪਰਸਨ ਦੀ ਗੱਲ ਕਰਦੇ ਆ ਜੀ, ਤੇ ਕਿਸੇ ਇੱਕ ਦੇ ਨਾਲ ਲਾ ਕੇ ਨਹੀਂ ਦੇਖਿਆ ਜਾ ਸਕਦਾ। ਓਕੇ। ਹਾਂਜੀ। ਸੋ ਜਦੋਂ ਤੁਸੀਂ ਮੋਟੇ ਤੌਰ ਤੇ ਦੇਖਦੇ ਆ ਤਾਂ ਇਹ ਜਿਹੜੇ ਹਾਲਾਤ ਇੱਥੋਂ ਤੱਕ ਪਹੁੰਚੇ ਕਿਵੇਂ? ਕਿਉਂਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹ ਜਦੋਂ ਬੇਰੁਜ਼ਗਾਰੀ ਦੀ ਦਰ ਦੇ ਉੱਤੇ ਚਰਚਾ ਕਰਦੀਆਂ ਜਾਂ ਮਾਈਗ੍ਰੈਂਟਸ ਦੇ ਉੱਤੇ ਭਾਂਡਾ ਭੰਨ ਦਿੰਦੀਆਂ, ਉੱਧਰੋਂ ਸਾਡੇ ਦੇਸੀ ਭਾਈਬੰਦ ਜਿਹੜੇ ਆਫਸ਼ੋਰ ਸਟੱਕ ਬੈਠੇ ਉਹ ਵੀ ਪਰੇਸ਼ਾਨ ਆ। ਔਨਸ਼ੋਰ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਲੱਗੀਆਂ
ਉਹਨਾਂ ਦਾ ਆਪਣਾ ਮੁੱਦਾ ਆ। ਇਹ ਸਾਰੇ ਮਾਮਲੇ ਨੂੰ, ਇਹ ਸਾਰੇ ਵਰਤਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹਾਂਜੀ, ਜਿਸ ਵੇਲੇ ਆਪਾਂ ਅਨਪਲੋਇਮੈਂਟ ਦੀ ਗੱਲ ਕਰੀਏ, ਅਨਪਲੋਇਮੈਂਟ ਜੇ ਕਹ ਲਓ ਵੀ 5% ਤੋਂ ਥੱਲੇ ਆ, 4.5 ਤੋਂ 5% ਦੇ ਵਿੱਚ ਜ਼ਿਆਦਾ ਰਹਿੰਦੀ ਆ ਜੀ। ਪਰ ਮੈਂ ਸੋਚਦਾ ਵੀ ਹੋਰ ਵੀ ਲੋਕਾਂ ਨੂੰ ਜੌਬ ਦੇ ਉੱਤੇ ਲਾਇਆ ਜਾ ਸਕਦਾ, ਕਿਉਂਕਿ ਹਰ ਖੇਤਰ ਦੇ ਵਿੱਚ ਸਾਨੂੰ ਬੰਦਿਆਂ ਦੀ ਲੋੜ ਆ। ਬਿਲਕੁਲ। ਉਹ ਫਿਰ ਜੇ ਬੰਦਿਆਂ ਦੀ ਲੋੜ ਆ ਤਾਂ ਫਿਰ ਅਨਪਲੋਇਮੈਂਟ ਕਿਉਂ ਆ? ਤੇ ਇਸ ਕਰਕੇ ਜਿਹੜੇ ਲੋਕ ਬਹੁਤ ਚਿਰ ਕੰਮ ਨਹੀਂ ਕਰਦੇ ਜਾਂ ਸਰਕਾਰੀ ਬੈਨੀਫਿਟ ਤੇ ਰਹਿੰਦੇ ਆ ਜੀ, ਉਹਨਾਂ ਨੂੰ ਉਹ ਆਦਤ ਬਣ ਜਾਂਦੀ ਆ। ਓਕੇ। ਸਰਕਾਰ ਦਾ ਇਕੱਲਾ ਇਹ ਨਹੀਂ ਹੈ ਕਿ ਬੰਦਾ ਅਨਪਲੋਇਡ ਆ ਤਾਂ ਉਹਨਾਂ ਨੂੰ ਸਰਕਾਰੀ ਭੱਤਾ ਦੇ ਕੇ ਜਿੰਦੇ ਰੱਖਿਆ ਜਾਵੇ, ਉਹਨਾਂ ਨੂੰ ਨਾਲੋਂ ਨਾਲ ਟ੍ਰੇਨਿੰਗ ਦਿੱਤੀ ਜਾਵੇ। ਮੱਛੀ ਬਣਾ ਕੇ ਨਹੀਂ ਦੇਣੀ, ਉਹਨਾਂ ਨੂੰ ਮੱਛੀ ਫੜਨੀ ਸਿਖਾਓ। ਉਹਨਾਂ ਨੂੰ ਮੱਛੀ ਫੜਨੀ ਸਿਖਾਓ, ਉਹਨਾਂ ਨੂੰ ਨਾਲ ਇਹ ਟ੍ਰੇਨਿੰਗ ਦਿਓ ਕਿ ਕਿੱਦਾਂ ਤੁਸੀਂ ਆਪਣਾ ਲਾਈਫ ਸਟਾਈਲ ਵਧੀਆ ਕਰ ਸਕਦੇ ਆ, ਕਿਸ ਤਰ੍ਹਾਂ ਤੁਹਾਡਾ ਪਰਿਵਾਰ ਵਧੀਆ ਹੋ ਸਕਦਾ, ਕਿਸ ਤਰ੍ਹਾਂ ਤੁਹਾਡੇ ਬੱਚੇ ਐਜੂਕੇਟਡ ਹੋ ਸਕਦੇ ਆ। ਜੀ। ਹੁਣ ਗੱਲ ਕਿੱਥੇ ਖੜੀ ਆ ਵੀ ਜਿਹੜਾ ਸਰਕਾਰੀ ਭੱਤੇ ਦੇ ਉੱਤੇ ਆ ਉਹ ਕਹਿੰਦਾ ਮੇਰਾ ਇਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ, ਸਰਕਾਰ $30-40 ਵਧਾ ਦਿੰਦੀ ਆ ਉਹਦੇ। ਬਿਲਕੁਲ। ਤੇ ਸਿਆਲ ਆ ਗਈ, ਚਲੋ ਲੈ ਲਓ $25 ਹੋਰ, $40 ਹੋਰ ਲੈ ਲਓ। ਹਾਂਜੀ, ਹੁਣ ਸਰਕਾਰ ਕਹਿ ਦਿੰਦੀ ਸਾਡੇ ਰਾਜ ਦੇ ਵਿੱਚ $40 ਵੱਧ ਗਏ ਜਾਂ $50 ਵੱਧ ਗਏ, ਪਰ ਹੁਣ ਸੱਚਾਈ ਇਹ ਆ ਵੀ $50 ਦੇ ਵਿੱਚ 2 ਨਿਆਣਿਆਂ ਦਾ ਬਾਹਰੋਂ ਖਾਣਾ ਆਉਂਦਾ ਬਸ। ਤੁਸੀਂ ਵੀ $50 ਦੇ ਕੇ ਕਹਿੰਦੇ ਵੀ ਮੈਂ ਬਹੁਤ ਲਾਈਫ ਸਟਾਈਲ ਉਹਨਾਂ ਦਾ ਸੁਧਾਰ ਦਿੱਤਾ ਜੀ, ਉਹਦੇ ਬਜਾਏ ਤੁਸੀਂ ਜੇ ਉਹਨਾਂ ਨੂੰ ਦੱਸਦੇ ਆ ਵੀ ਕੰਮ ਕਰਨ ਦੇ ਆਹ ਬੈਨੀਫਿਟ ਆ, ਤੁਸੀਂ ਆਹ ਟਰਾਈ ਕਰੋ, ਆਹ ਟਰਾਈ ਕਰੋ। ਬਿਲਕੁਲ। ਬਲਕਿ ਸਰਕਾਰ ਅੱਧੇ ਪੈਸੇ ਦੇ ਸਕਦੀ ਆ, ਐਮਪਲੋਇਰ ਦੀ ਵੀ ਹੈਲਪ ਕਰ ਦੇਵੇ। ਬਿਲਕੁਲ। ਜੇ ਉਹ ਅੰਡਰ ਟ੍ਰੇਨਿੰਗ ਹੈਗੀ, ਉਹਨਾਂ ਦਾ ਲਾਸ ਹੁੰਦਾ। ਬਿਲਕੁਲ। ਤਾਂ ਬਜਾਏ ਕਿ ਬੰਦੇ ਨੂੰ ਆਦਤ ਤਾਂ ਪਵੇ ਨਾ ਕੰਮ ਕਰਨ ਦੀ। ਵੈਲ ਸੈਡ। ਅੱਛਾ, ਬੇਰੁਜ਼ਗਾਰੀ ਦੀ ਵੀ ਗੱਲ ਹੋ ਗਈ, ਆਫਸ਼ੋਰ ਸਟਕ ਮਾਈਗ੍ਰੈਂਟਸ ਦਾ ਵੀ ਮੁੱਦਾ ਜਿਹੜਾ ਉਹ ਸੈਪਰੇਟਲੀ ਜੇ ਅਸੀਂ ਲਈਏ ਤਾਂ ਬਹੁਤ ਵੱਡਾ ਮੁੱਦਾ ਬਣ ਚੁੱਕਾ, ਕਿਉਂਕਿ ਉਹਦੇ ਪ੍ਰਭਾਵ ਬਹੁਤ ਪੈ ਰਹੇ ਆ। ਅਵਤਾਰ ਭਾਜੀ, ਮੈਂ ਇਹਨਾਂ ਦਿਨਾਂ ਦੇ ਵਿੱਚ ਇੱਕ ਹੋਰ ਚੀਜ਼ ਮਹਿਸੂਸ ਕੀਤੀ, ਕਿਉਂਕਿ ਤੁਸੀਂ ਇਸ਼ਾਰਾ ਕੀਤਾ ਸਾਡੀ ਜਿਹੜੀ ਮਾਨਸਿਕ ਸਿਹਤ ਹੈ ਉਹਦੇ ਉੱਤੇ, ਮਾਨਸਿਕ ਬਿਮਾਰੀਆਂ ਦੇ ਉੱਤੇ। ਸਮਾਜ ਦੇ ਵਿੱਚ ਵਿਚਰਦਿਆਂ ਤੁਸੀਂ ਬਹੁਤ ਕੁਝ ਲਾਗਿਓਂ ਦੇਖ ਰਹੇ ਹੋ, ਔਰ ਕੁਝ ਇੱਕ ਦੇ ਵਿੱਚ ਤੁਸੀਂ ਆਪਣੀ ਬਣਦੀ ਭੂਮਿਕਾ ਵੀ ਨਿਭਾਉਂਦੇ ਹੋ ਚੀਜ਼ਾਂ ਨੂੰ ਸੌਰਟ ਆਊਟ ਕਰਨ ਦੇ ਵਿੱਚ, ਚੀਜ਼ਾਂ ਨੂੰ ਬਿਹਤਰ ਬਣਾਉਣ ਦੇ ਲਈ, ਚਾਹੇ ਸਮਾਜਿਕ ਵਿਸ਼ਿਆਂ ਦੀ ਗੱਲ ਹੋਵੇ ਜਾਂ ਮਾਨਸਿਕ ਸਿਹਤ ਦੀ ਗੱਲ ਹੋਵੇ। ਪਿਛਲੇ ਥੋੜ੍ਹੇ ਜਿਹੇ ਸਮੇਂ ਤੋਂ ਮੈਂ ਦੇਖ ਰਿਹਾ ਹਾਂ ਕਿ ਸਾਡੀ ਜਿਹੜੀ ਨੌਜਵਾਨੀ ਹੈ ਉਸ ਦੇ ਵਿੱਚ ਆਤਮ ਹੱਤਿਆ ਦਾ ਰੁਝਾਨ ਬਹੁਤ ਵੱਧ ਗਿਆ, ਸੈਲਫ ਹਾਰਮ ਦਾ ਰੁਝਾਨ ਜਿਹੜਾ ਬਹੁਤ ਵੱਧ ਗਿਆ। ਹਾਲਾਂਕਿ ਮੀਡੀਆ ਦੇ ਵਿੱਚ ਖੁੱਲ੍ਹ ਕੇ ਇਹਦੀ ਬਹੁਤੀ ਚਰਚਾ ਨਹੀਂ ਕੀਤੀ ਜਾ ਸਕਦੀ, ਨਾ ਹੀ ਅੰਕੜੇ ਜਿਹੜੇ ਡਿਸਕਲੋਜ਼ ਕੀਤੇ ਜਾ ਸਕਦੇ ਆ, ਵਿਦ ਆਲ ਡਿਊ ਰਿਸਪੈਕਟ, ਕਿਉਂਕਿ ਜਿੰਨੀ ਜ਼ਿੰਦਗੀ ਸਤਿਕਾਰਯੋਗ ਆ ਉਨੀ ਮੌਤ ਵੀ ਸਤਿਕਾਰਯੋਗ ਆ। ਅਗਲੇ ਦੀ ਪ੍ਰਾਈਵੇਸੀ ਦਾ ਅਸੀਂ ਖਿਆਲ ਰੱਖੀਦਾ, ਪਰ ਇੱਕ ਸਮਾਜ ਦੇ ਨਾਤੇ, ਇੱਕ ਦੇਸ਼ ਦੇ ਨਾਤੇ ਇਹ ਵਰਤਾਰਾ ਅੰਕੜਿਆਂ ਦੇ ਵਿੱਚ ਬਹੁਤ ਜ਼ਿਆਦਾ ਹਾਵੀ ਹੋਣ ਲੱਗ ਪਿਆ। ਇਸ ਤੋਂ ਸਾਡੇ ਜਿਹੜੇ ਨੌਜਵਾਨ ਨੇ, ਸਾਡੀਆਂ ਮੁਟਿਆਰਾਂ ਨੇ, ਉਹਨਾਂ ਨੂੰ ਆਪਣਾ ਬਚਾਅ ਕਰਨ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹਦਾ ਜਿਹੜਾ ਵੱਡਾ ਕਾਰਨ ਹੈਗਾ ਵੀ ਅਸੀਂ ਸੰਘਰਸ਼ ਕਰਨਾ ਜਿੱਦਾਂ ਛੱਡ ਰਹੇ ਹਾਂ ਜੀ। ਜਿਹੜਾ ਕਹਿ ਲਓ ਵੀ ਕੋਈ ਵੀ ਜੀਵ ਜੀਂਦਾ ਰਹਿੰਦਾ ਲੰਮੇ ਸਮੇਂ ਲਈ, ਉਹ ਆਪਣੇ ਸੰਘਰਸ਼ ਦੇ ਵਿੱਚੋਂ ਸਿੱਖਦਾ ਜੀ। ਅਸੀਂ ਹਰ ਇੱਕ ਚੀਜ਼ ਸੌਖੀ ਭਾਲਣ ਲੱਗ ਪਏ। ਅੱਜ ਅਸੀਂ ਕਿਸੇ ਵੀ ਬੰਦੇ ਦੀ ਪੋਜੀਸ਼ਨ ਦੇਖਦੇ ਹਾਂ ਵੀ ਉਹ ਵਧੀਆ ਪੋਜੀਸ਼ਨ ਦੇ ਵਿੱਚ ਆ, ਪਰ ਉਹਦੇ ਪਿੱਛੇ ਉਹਦਾ ਸੰਘਰਸ਼ ਦੇਖਣ ਦੀ ਲੋੜ ਆ ਜੀ, ਵੀ ਕਿੰਨਾ ਸੰਘਰਸ਼ ਆ। ਕਿਸੇ ਦੀ ਅਸੀਂ ਵਧੀਆ ਗੱਡੀ ਦੇਖਦੇ ਹਾਂ, ਕਿਸੇ ਦਾ ਅਸੀਂ ਵਧੀਆ ਘਰ ਦੇਖਦੇ ਹਾਂ, ਓਕੇ, ਉਹਦੇ ਪਿੱਛੇ ਇਹ ਨਹੀਂ ਦੇਖਣ ਦੀ ਲੋੜ ਵੀ ਘਰ ਕਿੰਨੇ ਮੰਜ਼ਿਲਾ ਤੇ ਗੱਡੀ ਕਿੰਨੀ ਵਧੀਆ ਆ, ਓਕੇ। ਸਿਰਫ ਉਸ ਵਿਅਕਤੀ ਨੂੰ ਇਹ ਪੁੱਛਣ ਦੀ ਲੋੜ ਆ ਵੀ ਇਸ ਦੀ ਖਾਤਰ ਤੂੰ ਕੀ ਸੰਘਰਸ਼ ਕੀਤਾ ਸੀ, ਉਹ ਤੋਂ ਸਾਨੂੰ ਸਿੱਖਣ ਨੂੰ ਮਿਲੂਗਾ। ਬਿਲਕੁਲ। ਮੈਨੂੰ ਪਰ ਇਹ ਵੀ ਜਿਹੜਾ ਬੰਦਾ ਹੁਣ 25 ਸਾਲ ਤੋਂ ਇੱਥੇ ਆਇਆ, ਜਦੋਂ ਕੋਈ ਵੱਡੀ ਗੱਡੀ ਆ ਜਾਂ ਵੱਡਾ ਘਰ ਆ, ਉਹਦੇ ਬਸੰਤੀ ਬਗੀਚਿਆਂ ਪਿੱਛੇ ਜਿਹੜੀ ਪਤਝੜ ਦੀਆਂ ਰੁੱਤਾਂ ਉਹਨੂੰ ਆਪਣੇ ਪਿੰਡੇ ਤੇ ਹੰਢਾਉਣੀਆਂ ਪਈਆਂ, ਉਹਨਾਂ ਨੂੰ ਵੀ ਦੇਖਣ ਦੀ ਲੋੜ ਆ। ਹਾਂਜੀ, ਉਹਨਾਂ ਨੂੰ ਵੀ ਬਿਲਕੁਲ ਜੀ। ਜ਼ਿਆਦਾ ਸਾਨੂੰ ਸਿੱਖਣ ਨੂੰ ਤਾਂ ਉਹਦੇ ਤੋਂ ਹੀ ਮਿਲਣਾ ਜਿਸ ਵੇਲੇ ਅਸੀਂ ਉਸ ਵਿਅਕਤੀ ਬਾਰੇ ਪੜ੍ਹਾਂਗੇ, ਸੁਣਾਂਗੇ, ਜਾਣਾਂਗੇ। ਤੇ ਸਭ ਤੋਂ ਸੌਖੀ ਤਰੀਕਾ ਹੁੰਦਾ ਵੀ ਉਸ ਵਿਅਕਤੀ ਨੂੰ ਪੁੱਛ ਲਿਆ ਜਾਵੇ, ਓਕੇ, ਤਾਂ ਫਿਰ ਸਾਨੂੰ ਉਹਦਾ ਪਤਾ ਲੱਗਦਾ। ਪਰ ਸਾਰੇ ਤੁਹਾਡੇ ਵਰਗੇ ਦੱਸਣ ਵਰਗੇ ਵੀ ਲੱਭਦੇ ਨੇ ਜੀ। ਇਹ ਵੀ ਸਮੱਸਿਆ, ਇਸੇ ਕਰਕੇ ਤਾਂ ਇਹ ਸਵਾਲ ਜਿਹੜਾ ਹੁਣ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਬਹੁਤ ਸਾਲ ਪਹਿਲਾਂ ਇਹ ਗੱਲ ਕਹੀ ਸੀ, ਭਾਵੇਂ ਕਿਸੇ ਹੋਰ ਦੀ ਲਿਖੀ ਹੋਈ ਸੀ, ਕਿ तुझ सा कोई दिलवाला महसूस करे मुझको, मैं गीत नहीं ऐसा जो सबको सुनाई दूँ। ਹੁਣ ਜਿਹੜੇ ਅਹਿਸਾਸਾਂ ਵਾਲੇ ਲੋਕ ਆ, ਉਹਨਾਂ ਦੇ ਅੰਦਰੋਂ ਜਜ਼ਬਾਤ ਮਰਨੇ ਸ਼ੁਰੂ ਹੋ ਗਏ। ਲੋਕ ਜਿਹੜੇ ਖੁਦਗਰਜ਼ ਹੋ ਗਏ, ਸੈਲਫ ਸੈਂਟਰਡ ਹੋ ਗਏ। ਦੋਸ਼ ਇਹ ਵੀ ਲੱਗਦਾ, ਨਵੀਂ ਪੀੜ੍ਹੀ ਕਹਿੰਦੀ ਆ ਵੀ ਪੁਰਾਣੇ ਬੰਦਿਆਂ ਦਾ ਖੂਨ ਜਿਹੜਾ ਪਾਣੀ ਹੋ ਗਿਆ, ਪੁਰਾਣੇ ਬੰਦੇ ਜਿਹੜੇ ਕਹਿੰਦੇ ਆ ਵੀ ਨਵੇਂ ਸਾਡੇ ਤੋਂ ਪੁੱਛ ਕੇ ਨਹੀਂ ਤੁਰਦੇ। ਸੋ ਉਹ ਜਿਹੜਾ ਪਾੜਾ ਆ, ਇਹੀ ਇੱਦਾਂ ਦੇ ਸਵਾਲਾਂ ਨੂੰ ਜਨਮ ਦੇ ਰਿਹਾ ਕਿ ਨਵੇਂ ਬੱਚੇ ਜਿਹੜੇ ਆ ਉਹਨਾਂ ਦੀ ਮਾਨਸਿਕ ਸਿਹਤ ਨੂੰ ਨਰੋਈ ਕਿਵੇਂ ਕਰਨਾ। ਪੁਰਾਣੇ ਬੰਦਿਆਂ ਵਿੱਚੋਂ ਜਿਹੜੇ ਤੁਹਾਡੇ ਵਰਗੇ ਅਧਿਐਨ ਕਰਨ ਵਾਲੇ ਬੰਦੇ ਆ, ਹਰ ਵੇਲੇ ਕਿਤਾਬਾਂ ਦੇ ਵਿੱਚ ਗਹਿ ਗੱਚ ਰਹਿਣ ਵਾਲੇ ਬੰਦੇ ਆ, ਉਹੀ ਇਹ ਐਡਵਾਈਸ ਦੇ ਸਕਦੇ ਆ। ਵਰਨਾ ਮੇਰੇ ਵਰਗੇ ਤਾਂ ਇਹ ਕਹਿ ਕੇ ਪੱਲਾ ਝਾੜ ਦਿੰਦੇ ਵੀ ਭਾਈ ਸਮਾਂ ਹੈ ਨਹੀਂ।
ਬਿਲਕੁਲ ਜੀ। ਮੈਂ ਤਕਰੀਬਨ ਜਿਹੜੀ ਜਿਸ ਵੇਲੇ ਮੈਂ ਕਹਿੰਦਾ ਮੈਂ ਕੰਮ ਛੱਡ ਦਿੱਤਾ, ਇਹਦਾ ਮਤਲਬ ਇਹ ਨਹੀਂ ਮੈਂ ਵਿਹਲਾ ਹੋ ਗਿਆ, ਭਾਵ ਕਿ ਮੈਂ ਪੈਸੇ ਲੈ ਕੇ ਕੰਮ ਕਰਨਾ ਛੱਡ ਦਿੱਤਾ ਸੀ 35 ਸਾਲ ਦੀ ਉਮਰ 'ਚ। ਉਹਦਾ ਪਰਪਸ ਇਹ ਨਹੀਂ ਸੀ ਵੀ ਮੰਜੇ ਤੇ ਸੁੱਤੇ ਰਹਿਣਾ, ਉਹਦਾ ਪਰਪਸ ਇਹ ਸੀਗਾ ਕਿ ਮੈਂ ਕਮਿਊਨਿਟੀ ਵਾਸਤੇ ਮੁਫਤ ਕੰਮ ਕਰਨਾ। ਅਨੁਸ਼ਾਸਨ ਹਲੇ ਵੀ ਉਨਾ ਹੀ ਆ? ਉਨਾ ਹੀ ਅਨੁਸ਼ਾਸਨ ਆ। ਮੈਂ 7 ਦਿਨ 7 ਵਜੇ ਤੋਂ ਪਹਿਲਾਂ ਉੱਠਦਾ ਜੀ, ਤੇ ਉਹਦੇ ਵਿੱਚ ਕੋਈ ਨਹੀਂ, ਮੈਂ 15-16 ਘੰਟੇ ਕੰਮ ਕਰਦਾ, ਪਰ ਮੈਂ ਪੈਸੇ ਨਹੀਂ ਲੈਂਦਾ। ਇਸ ਕਰਕੇ ਮੈਂ ਕਹਿ ਸਕਦਾ ਵਿਹਲਾ, ਮੈਨੂੰ ਦੂਜੇ ਵੀ ਵਿਹਲਾ ਕਹਿ ਸਕਦੇ ਆ ਜੀ। ਤੇ ਸਾਡਾ ਘਰ ਹਮੇਸ਼ਾ ਖੁੱਲਾ ਰਹਿੰਦਾ ਹੈ, ਕਿਸੇ ਨੇ ਵੀ ਆਉਣਾ ਹੋਵੇ। ਇੱਕ ਬਹੁਤ ਇੰਟਰਸਟਿੰਗ ਤੁਹਾਨੂੰ ਫਿਗਰਸ ਦੱਸਦਾ ਵੀ ਜਿਹੜੀ ਮੇਰੀ ਇੰਡੀਆ ਦੇ ਵਿੱਚ ਪਿਛਲੇ ਸਾਲ ਇੰਟਰਵਿਊ ਹੋਈ ਸੀ, 9 ਲੱਖ ਬੰਦਾ ਫੇਸਬੁੱਕ ਤੇ ਦੇਖ ਗਿਆ। ਔਰ ਉਹ ਤੋਂ ਜਿਹੜੀ ਚੀਜ਼ ਸਾਹਮਣੇ ਆਈ ਆ ਕਿ ਮੈਨੂੰ ਵਰਲਡ ਲੈਵਲ ਦੇ ਉੱਤੇ ਮੁੰਡੇ ਕੁੜੀਆਂ ਦੇ ਬਹੁਤ ਫੋਨ ਆਏ। ਅੱਛਾ ਜੀ। ਤੇ ਜਿਹੜੀ ਗੱਲ ਉਹਨਾਂ ਨੇ ਕਹੀ ਉਹ ਮੇਰੇ ਲਈ ਵੀ ਹੈਰਾਨੀਜਨਕ ਸੀ। ਉਹ ਕਹਿੰਦੇ ਵੀ ਤੁਹਾਡੀ ਇੰਟਰਵਿਊ ਸੁਣਨ ਤੋਂ ਬਾਅਦ ਅਸੀਂ ਜੀਣ ਦਾ ਫੈਸਲਾ ਕਰ ਲਿਆ। ਉਹਦੇ ਵਿੱਚੋਂ ਕਈਆਂ ਨੇ ਇੰਨੀ ਗੱਲ ਕਹੀ, ਕਹਿੰਦੇ ਵੀ ਅਸੀਂ ਹੱਥ ਖੜੇ ਕਰ ਚੁੱਕੇ ਸੀ ਔਰ ਅਸੀਂ ਆਤਮ ਹੱਤਿਆ ਬਾਰੇ ਸੋਚ ਲਿਆ ਸੀ। ਅੱਛਾ। ਕਹਿੰਦੇ ਵੀ ਜਿਸ ਵੇਲੇ ਅਸੀਂ ਤੁਹਾਡਾ ਸੰਘਰਸ਼ ਦੇਖਿਆ ਜਾਂ ਸੁਣਿਆ, ਉਸ ਤੋਂ ਬਾਅਦ ਸਾਨੂੰ ਲੱਗਾ ਵੀ ਅਸੀਂ ਤਾਂ ਅਜੇ ਕੁਝ ਵੀ ਨਹੀਂ ਕੀਤਾ। ਵੀ ਜੇ ਬੰਦਾ ਡਟਿਆ ਆ ਤਾਂ ਡਟੇ ਰਹਿਣਾ ਚਾਹੀਦਾ। ਹਾਂ, ਤਾਂ ਉਹ ਕਹਿੰਦੇ ਹੁਣ ਅਸੀਂ ਡਟਣ ਦਾ ਫੈਸਲਾ ਕਰ ਲਿਆ। ਵੈਰੀ ਗੁੱਡ। ਔਰ ਅਸੀਂ ਕੋਈ ਇਹ ਉਹਨਾਂ ਅਨਪੜ੍ਹ ਲੋਕਾਂ ਦੀ ਨਹੀਂ ਗੱਲ ਕਰਦੇ ਵੀ ਜਿਨ੍ਹਾਂ ਨੂੰ ਐਜੂਕੇਸ਼ਨ ਹੈ ਨਹੀਂ ਸੀ, ਉਹ ਗੱਲ ਕਰ ਰਹੇ ਆ। ਉਹਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਜਿਹੜੇ ਆ ਪੰਜਾਬੀ ਯੂਨੀਵਰਸਿਟੀਜ਼ ਦੇ ਵਿੱਚ ਸੀਗੇ, ਪਟਿਆਲਾ ਤੋਂ ਵੀ ਸੀਗੇ, ਫਗਵਾੜਾ ਤੋਂ ਸੀ, ਮੈਚੁਰ, ਇਹ ਨਹੀਂ ਕਿ ਹਾਂਜੀ ਛੋਟੀ ਉਮਰ ਵਾਲੇ, ਪੜ੍ਹੇ ਲਿਖੇ, ਹਾਂਜੀ, ਚੰਡੀਗੜ੍ਹ ਤੋਂ ਵੀ ਸੀਗੇ। ਹਾਂਜੀ। ਤੇ ਉਹਨਾਂ ਦੇ ਵਿੱਚੋਂ ਕਈਆਂ ਨੇ ਉਹ ਵੀਡੀਓ ਗਰੁੱਪ ਦੇ ਵਿੱਚ ਸੁਣੀ, ਫਿਰ ਉਹਨਾਂ ਨੇ ਗਰੁੱਪ 'ਚ ਡਿਸਕਸ ਕੀਤੀ, ਫਿਰ ਉਹਨੇ ਗਰੁੱਪ 'ਚੋਂ ਵੀਡੀਓ ਕਾਲ ਕੀਤੀ। ਵੈਰੀ ਗੁੱਡ। ਤੇ ਇੰਟਰਨੈਸ਼ਨਲ ਪੱਧਰ ਤੇ ਜਿੱਦਾਂ ਇਟਲੀ ਵਰਗੇ ਮੁਲਕਾਂ ਦੇ ਵਿੱਚ ਆਪਣੇ ਲੋਕ ਕਾਫੀ ਸੰਘਰਸ਼ ਕਰ ਰਹੇ ਆ। ਬਹੁਤ ਕਈ ਵਿਚਾਰਿਆਂ ਦੀ ਜ਼ਿੰਦਗੀ ਬਹੁਤ, ਈਵਨ ਦੁਬਈ ਦੇ ਵਿੱਚ ਮੈਂ ਦੇਖ ਕੇ ਆਇਆ, ਕਈਆਂ ਦੀ ਜ਼ਿੰਦਗੀ ਬਹੁਤ ਔਖੀ ਆ। ਉੱਥੋਂ ਇੱਕ ਮੁੰਡੇ ਨੇ ਜੀ ਫੋਨ ਕੀਤਾ, ਉਹ ਕਹਿੰਦਾ ਅਸੀਂ ਮੁੰਡੇ ਇਕੱਠੇ ਰਹਿੰਦੇ ਆ, ਕਹਿੰਦਾ ਸਾਡੇ ਵਿੱਚ ਕਈ ਕਿਸਮਾਂ ਆ। ਬਿਲਕੁਲ ਬਿਲਕੁਲ। ਕਹਿੰਦਾ ਇੱਕ ਘਰੋਂ ਸੌਖੇ ਆਏ ਆ, ਕਹਿੰਦਾ ਉਹ ਸ਼ਰਾਬ ਪੀ ਜਾਂਦੇ ਆ, ਦੂਸਰੇ ਕਹਿੰਦਾ ਗਾਣੇ ਸੁਣੀ ਜਾਂਦੇ ਆ, ਅਸੀਂ ਦੇ ਕੇ ਚੀਜ਼ੀਆਂ ਵੱਟੀ ਜਾਂਦੇ ਆ। ਤੇ ਉਹ ਕਹਿੰਦਾ ਮੈਂ ਦੁਖੀ ਹੋਇਆ ਸੀਗਾ ਵੀ ਕਿੱਥੇ ਇਹਨਾਂ ਦਾ ਲਾਈਫ ਸਟਾਈਲ, ਕਿੱਥੇ ਮੇਰਾ। ਮੈਨੂੰ ਕਹਿੰਦਾ ਆਪਣੇ ਪਰਿਵਾਰ ਦਾ ਪਿਆ ਸੀ। ਬਿਲਕੁਲ। ਕਹਿੰਦਾ ਵੀ ਗਾਣੇ ਇਦਾਂ ਦੇ ਸੁਣੀ ਜਾਂਦੇ ਆ ਲਗਾਤਾਰ ਰਿਪੀਟ ਦੇ ਉੱਤੇ, ਵੀ ਜਿਹੜੇ ਸੁਣੇ ਨਹੀਂ ਜਾ ਸਕਦੇ, ਚੱਕ ਦਿਆਂਗੇ ਤੇ ਰੱਖ ਦਿਆਂਗੇ। ਤੇ ਹੁਣ ਜਿਹੜੀ ਹੈਰਾਨੀ ਵਾਲੀ ਗੱਲ ਸੁਣੀ, ਕਹਿੰਦਾ ਜਿੱਦਣ ਦੀ ਜੀ ਮੈਂ ਤੁਹਾਡੀ ਇੰਟਰਵਿਊ ਸੁਣੀ ਹੈ, ਮੈਂ ਰਿਪੀਟ ਦੇ ਉੱਤੇ ਤੁਹਾਡੀ ਇੰਟਰਵਿਊ ਲਾਈ ਹੋਆ, ਮੋਟੀਵੇਸ਼ਨਲ। ਤੇ ਕਹਿੰਦਾ ਮੈਂ ਉਦੋਂ ਤੋਂ ਲੈ ਕੇ ਜਿੱਦਾਂ ਬਹੁਤ ਮੋਟੀਵੇਟ ਹੋਇਆ। ਵੈਰੀ ਗੁੱਡ, ਵੈਰੀ ਗੁੱਡ। ਬਹੁਤ ਵਧੀਆ ਗੱਲ ਸੀ। ਜਿਹੜੀ ਅਵਸਥਾ ਦੇ ਵਿੱਚ ਸਾਡੇ ਇਹ ਭੈਣਾਂ ਭਰਾ ਬੈਠੇ ਆ, ਮੈਂ ਜਾਣਦਾ ਮਲੇਸ਼ੀਆ ਦੇ ਵਿੱਚ, ਸਿੰਗਾਪੁਰ ਦੇ ਵਿੱਚ, ਇੱਥੋਂ ਤੱਕ ਨਿਊਜ਼ੀਲੈਂਡ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਜ਼ਿੰਦਗੀ ਦੇ ਉਸ ਮੋੜ ਦੇ ਉੱਤੇ ਖੜੇ ਹੁੰਦੇ ਆ ਜਿੱਥੇ ਉਹਨਾਂ ਨੂੰ ਇੱਕ ਛੋਟੀ ਜਿਹੀ ਗੱਲ ਜਿਹੜੀ ਆ ਉਹ ਪੋਜ਼ਿਟਿਵ ਕਰ ਸਕਦੀ ਹੈ, ਤੇ ਨਿੱਕੀ ਜਿਹੀ ਗੱਲ ਹੀ ਉਹਨਾਂ ਨੂੰ ਨੈਗੇਟਿਵਿਟੀ ਦੀ ਖਾਈ ਦੇ ਵਿੱਚ ਸੁੱਟ ਸਕਦੀ ਹੈ। ਸੋ ਉਹਨਾਂ ਲੋਕਾਂ ਨੂੰ ਜੇ ਤੁਸੀਂ ਆਪਣੇ ਵੱਲੋਂ ਕੁਝ ਕਹਿਣਾ ਹੋਵੇ, ਆਪਣੇ ਤਜਰਬੇ ਦੇ ਆਧਾਰ 'ਤੇ, ਆਪਣੀ ਕੀਤੀ ਹੋਈ ਪੜ੍ਹਾਈ ਦੇ ਆਧਾਰ 'ਤੇ, ਆਪਣੇ ਦੁਆਰਾ ਰਚੇ ਜਾ ਰਹੇ ਸਾਹਿਤ ਦੇ ਆਧਾਰ 'ਤੇ, ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਪੜ੍ਹਨਾ, ਸੁਣਨਾ, ਕਿਸੇ ਵੀਡੀਓ ਨੂੰ ਦੇਖਣਾ। ਮੇਰੀ ਆਪਣੀ ਜ਼ਿੰਦਗੀ ਰਹੀ ਹੈ ਵੀ ਜਿਹਦੇ ਵਿੱਚ ਕਈ ਕਿਤਾਬਾਂ ਇੱਦਾਂ ਦੀਆਂ ਸੀਗੀਆਂ, ਉਹਨਾਂ ਨੇ ਮੇਰੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਜ਼ਰੂਰ ਨਾਂ ਲਾਓ ਉਹਨਾਂ ਕਿਤਾਬਾਂ ਦੇ। ਹਾਂਜੀ, ਮੈਂ ਇੱਕ ਖਾਸ ਤੌਰ ਤੇ ਜਿਹੜੀ, ਕਿਉਂਕਿ ਜ਼ਿਆਦਾ ਸੁਣਨ ਵਾਲਿਆਂ ਦਾ ਜਿਹੜਾ ਮੁੱਦਾ ਆਰਥਿਕਤਾ ਦਾ ਹੁੰਦਾ। ਯੈਸ। ਤੇ ਅੱਛਾ, ਇਸ ਤੋਂ ਪਹਿਲਾਂ ਕਿ ਤੁਸੀਂ ਇਹ ਸੰਜੀਦਾ ਗੱਲ ਕਹੋ, ਉਸ ਤੋਂ ਪਹਿਲਾਂ ਤੁਹਾਡੀ ਹੀ ਲਿਖੀ ਇੱਕ ਸੰਜੀਦਾ ਸ਼ਾਇਰੀ ਜਿਹੜੀ ਮੈਂ ਹਾਲੇ ਤੱਕ ਰਿਕਾਰਡ ਕੀਤੀ ਆ, ਲੇਕਿਨ ਰੇਡੀਓ 'ਤੇ ਹਾਲੇ ਚੱਲੀ ਨਹੀਂ, ਕਿ ਪੱਥਰ ਕਦੇ ਵੀ ਫੁੱਲ ਨਹੀਂ ਹੁੰਦੇ, ਖਿਲਾਉਂਦੇ ਪਿਆਰ ਦੇ ਗੁੱਲ ਨਹੀਂ ਹੁੰਦੇ, ਵਾਰ-ਵਾਰ ਸੱਜਣਾ ਨੂੰ ਜੋ ਧੋਖਾ ਦੇਵਣ, ਪਿਆਰ ਕਰਨ ਦੇ ਤੁੱਲ ਨਹੀਂ ਹੁੰਦੇ, ਬੁਰੇ ਹਾਲਾਤਾਂ ਵਿੱਚੋਂ ਜੋ ਨਿਕਲੇ ਹੋਵਣ, ਹੋਰਾਂ ਦੀ ਮਜਬੂਰੀ ਦਾ ਖੱਟ ਦੇ ਮੁੱਲ ਨਹੀਂ ਹੁੰਦੇ, ਜਿਨ੍ਹਾਂ ਰਾਤਾਂ ਕੱਟੀਆਂ ਹੋਵਣ ਅਸਮਾਨ ਥੱਲੇ, ਹੋਰਾਂ ਉੱਪਰੋਂ ਲਾਉਂਦੇ ਕਦੇ ਝੁੱਲ ਨਹੀਂ ਹੁੰਦੇ, ਸਦਾ ਆਰਾਮ ਦੀ ਜ਼ਿੰਦਗੀ ਜਿਉਣ ਵਾਲੇ ਕਰਦੇ ਕੋਈ ਵੱਡੀ ਹਿਲਜੁਲ ਨਹੀਂ ਹੁੰਦੇ, ਅਵਤਾਰ ਤਾਣ ਲਾ ਕੇ ਜੋ ਚੜ੍ਹਨ ਅਸਮਾਨੀ, ਖੁਰਦਪੁਰੀਆ ਨੀਵਾਂ ਸਮਝਣ ਦੀ ਕਰਦੇ ਕਦੀ ਭੁੱਲ ਨਹੀਂ ਹੁੰਦੇ। ਸੋ ਬਹੁਤ ਸਪਸ਼ਟ, ਬੜੇ ਨਿਰਛਲ ਖਿਆਲ ਜਿਹੜੇ ਆ ਉਹ ਕਾਗਜ਼ ਦੀ ਹਿੱਕ ਦੇ ਉੱਤੇ ਉਕਰੇ ਜਾਂਦੇ ਆ। ਸੋ ਹੁਣ ਉਹਨਾਂ ਕਿਤਾਬਾਂ ਦਾ ਜ਼ਿਕਰ ਕਰੋ ਜਿਹੜੀ ਤੁਸੀਂ ਸ਼ਾਇਰੀ 'ਚ ਨਹੀਂ ਬਲਕਿ ਵਾਰਤਕ ਦੇ ਵਿੱਚ ਵੀ ਨਹੀਂ, ਜੀਵਨ ਜਾਚ ਦੇ ਵਿੱਚ ਲਾਗੂ ਕਰਨ ਦੇ ਲਈ ਪੜ੍ਹੀਆਂ। ਹਾਂਜੀ, ਪਹਿਲਾਂ ਤਾਂ ਜਿਹੜੀ ਕਿਤਾਬ ਸੀਗੀ ਉਹਨੇ ਮੈਨੂੰ ਤੇ ਦੇਵਪੁਰ ਹਾਰਗੇ ਸੀਗੀ, ਉਹਨੇ ਮੈਨੂੰ ਕੀ, ਕਿਉਂ, ਕਿੱਦਾਂ ਬਾਰੇ ਸੋਚਣਾ ਸਿਖਾਇਆ। ਅੱਛਾ। ਹਾਲਾਂਕਿ ਮੈਂ ਥੋੜਾ ਪਹਿਲਾਂ ਵੀ ਇੱਦਾਂ ਸੋਚਦਾ ਸੀ, ਪਰ ਜਿਸ ਵੇਲੇ ਉਹ ਪੜ੍ਹੀ ਜੀ, ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਸਾਰੇ ਮਸਲਿਆਂ ਬਾਰੇ ਕੀ, ਕਿਉਂ, ਕਿੱਦਾਂ ਬਾਰੇ ਸੋਚਣਾ। ਓਕੇ। ਜਿਸ ਵੇਲੇ ਉਹ ਮੈਂ ਸੋਚਣਾ ਸ਼ੁਰੂ ਕੀਤਾ ਤਾਂ ਮੈਨੂੰ ਉਹਦੇ ਜਵਾਬ ਮਿਲਣੇ ਸ਼ੁਰੂ ਹੋ ਗਏ।
ਬਹੁਤ ਅੱਛੇ। ਭਾਵੇਂ ਉਹ ਬਹੁਤ ਆਰਥਿਕਤਾ ਦੇ ਸੀ, ਭਾਵੇਂ ਉਹ ਕਿਸੇ ਚੀਜ਼ ਬਾਰੇ ਸੀਗੇ, ਅੱਛਾ ਤਾਂ ਜੀ। ਮੈਨੂੰ ਹਰ ਮਸਲੇ ਦਾ ਜਵਾਬ ਮਿਲਣ ਲੱਗ ਪਿਆ। ਅੱਛਾ ਜੀ। ਜ਼ਿੰਦਗੀ ਸੌਖੀ ਹੋ ਗਈ ਉਹਦੇ ਨਾਲ। ਬਿਲਕੁਲ। ਤੇ ਫਿਰ ਮੈਂ ਉਹਦੇ ਨਾਲ ਦੀਆਂ ਹੋਰ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਪਰ ਜਿਹੜੀ ਆਰਥਿਕਤਾ ਦੀ ਗੱਲ ਕਰਦੇ ਹਾਂ ਵੀ ਪਹਿਲਾਂ ਮੈਨੂੰ ਇਹ ਪਤਾ ਲੱਗਾ ਵੀ ਇਕੱਲਾ ਘੰਟੇ ਲਾ ਕੇ ਹੀ ਅਮੀਰ ਹੋ ਸਕਦਾ ਬੰਦਾ। ਅੱਛਾ। ਤਾਂ ਮੈਂ ਘੰਟਿਆਂ ਦੇ ਇੰਨੇ ਵੱਟ ਕੱਢੇ ਲਾ ਕੇ ਵੀ ਮੈਂ 140 ਘੰਟੇ ਹਫ਼ਤੇ ਦੇ ਕੰਮ ਕਰਦਾ ਰਿਹਾ। ਠੀਕ ਹੈ। ਪਰ ਉਹ ਜਿੰਨੇ ਘੰਟੇ ਵਧੀ ਜਾਣੇ ਉਨਾ ਟੈਕਸ ਵਧੀ ਜਾਣਾ, ਤੇ ਇੱਕ ਸਟੇਜ ਤੇ ਮੈਂ 39% ਸਰਕਾਰ ਨੂੰ ਟੈਕਸ ਦੇ ਰਿਹਾ ਸੀ। ਹਾਂ। ਜਿੱਦਾਂ $1 ਦੇ ਵਿੱਚੋਂ 39 ਪੈਸੇ ਸਰਕਾਰ ਦੇ, ਅੱਛਾ। ਤੇ ਬਾਕੀ ਕਹਿ ਲਓ ਵੀ 60-61 ਪੈਸੇ ਬਚੇ ਤਾਂ ਉਹ ਮੈਨੂੰ ਆਉਣੇ, ਉਹਦੇ ਵਿੱਚੋਂ ਵੀ ਮੈਂ ਪੈਟਰੋਲ ਫੂਕਣਾ। ਅੱਛਾ। ਤੇ ਮੇਰੇ ਨਾਲ ਵੱਧ ਕਹਿ ਲਓ ਮੇਰੇ ਕੰਮ ਦਾ ਸਰਕਾਰ ਪੈਸਾ ਲਈ ਜਾਂਦੀ ਸੀ। ਤੇ ਨਾਲ ਜਿਹੜੇ ਤੁਸੀਂ ਲੋਕਾਂ ਨੂੰ ਅਮੀਰ ਕੀਤਾ ਉਹ ਵੱਖਰਾ। ਉਹ ਵੱਖਰਾ ਜੀ। ਲੋਕਾਂ ਨੂੰ ਜ਼ਿਆਦਾ ਅਮੀਰ ਕੀਤਾ ਜਿਨ੍ਹਾਂ ਦੇ ਮੈਂ ਕੰਮ ਕਰਦਾ ਸੀ। ਹਾਂ ਹਾਂ। ਤਾਂ ਮੈਨੂੰ ਲੱਗਾ ਵੀ ਜ਼ਰੂਰ ਕੋਈ ਇਦਾਂ ਦਾ ਮੈਥਡ ਹੈ ਵੀ ਜਿਹੜਾ ਮੈਨੂੰ ਨਹੀਂ ਪਤਾ। ਜਿਸ ਵੇਲੇ ਮੈਂ ਉਹਦੀ ਸਰਚ ਕਰਨੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਮੈਂ ਇੱਕ ਕਿਤਾਬ ਪੜ੍ਹੀ, ਰਿਟਾਇਰ ਯੰਗ ਰਿਟਾਇਰ ਰਿਚ। ਅੱਛਾ। ਰੋਬਰਟ ਕਿਓਸਾਕੀ ਹੋਣਾ ਦੀ ਕਿਤਾਬ ਸੀ। ਓਕੇ। ਤੇ ਉਹ ਵੀ ਮੈਨੂੰ ਇੱਕ ਛੋਟੇ ਜਿਹੇ ਸੈਮੀਨਾਰ 'ਚੋਂ ਪਤਾ ਲੱਗੀ ਸੀ। ਹਾਂ ਹਾਂ। ਜਿਸ ਵੇਲੇ ਉਹ ਕਿਤਾਬ ਮੈਂ ਪੜ੍ਹੀ, ਹਾਲੇ ਕਿ ਕਿਤਾਬਾਂ ਮੈਂ ਬਹੁਤ ਸਾਰੀਆਂ ਪਹਿਲਾਂ ਵੀ ਪੜ੍ਹ ਚੁੱਕਾ ਸੀਗਾ, ਪਰ ਉਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਲੱਗਾ ਪਤਾ ਮੈਂ ਤਾਂ ਪੜ੍ਹਿਆ ਹੀ ਕੁਛ ਨਹੀਂ। ਅੱਛਾ। ਇਹ ਵੀ ਬਹੁਤ ਵੱਡੀ ਗੱਲ ਹੈ, ਅਹਿਸਾਸ ਕਰਨਾ ਕਿ ਮੈਂ ਹਲੇ ਸਿਰ ਵਿੱਚੋਂ ਪੂਣੀ ਵੀ ਨਹੀਂ ਕੱਤੀ। ਹਾਂਜੀ। ਨਹੀਂ ਤਾਂ ਮੇਰੇ ਵਰਗੇ 2 ਕਿਤਾਬਾਂ ਪੜ੍ਹ ਕੇ ਕਹੀ ਜਾਂਦੇ ਵੀ ਮੇਰੇ ਤੋਂ ਵੱਧ ਪੜ੍ਹਦਾ ਕੋਈ ਨਹੀਂ। ਤੇ ਕਿਉਂਕਿ ਬਹੁਤ ਵੱਡਾ ਸਮੁੰਦਰ ਆ, ਬਹੁਤ ਵੱਡਾ ਸਾਗਰ ਆ। ਇਹਦੇ ਵਿੱਚੋਂ ਇੱਕ ਅੱਧੀ ਗੜਵੀ ਭਰ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਸਮੁੰਦਰ ਜੋਗਾ ਪਾਣੀ ਜਿਹੜਾ ਉਹ ਗੜਵੀ 'ਚ ਪਾ ਲਿਆ। ਬਿਲਕੁਲ ਜੀ। ਫਿਰ ਉਸੇ ਰਾਈਟਰ ਦੀ ਕਿਤਾਬ, ਫਿਰ ਮੇਰੀ ਸਮੱਸਿਆ ਇਹ ਸੀ ਵੀ ਇੰਗਲਿਸ਼ ਮੇਰੀ ਤੀਜੀ ਭਾਸ਼ਾ ਸੀ, 10 ਪੜ੍ਹਿਆ ਸੀ ਮੈਂ, ਭਾਸ਼ਾ ਪੱਖੋਂ, ਤੇ ਉਹ ਕਿਤਾਬਾਂ ਵੀ ਅੰਗਰੇਜ਼ੀ 'ਚ ਸੀਗੀਆਂ। ਅੱਛਾ। ਮੈਂ ਕੋਲ ਡਿਕਸ਼ਨਰੀ ਰੱਖ ਲੈਣੀ, ਹਾਂ। ਤਾਂ ਇੰਗਲਿਸ਼ ਵੀ ਮੈਂ 2-2 ਲਫ਼ਜ਼ ਕਰਕੇ ਰੋਜ਼ ਦੇ ਘਰੇ ਸਿੱਖੀ ਹੋਆ। ਵੈਰੀ ਗੁੱਡ। ਤੇ ਤਕਰੀਬਨ 2-2 ਲਫ਼ਜ਼ ਰੋਜ਼ ਦੇ ਕਰਕੇ 700 ਲਫ਼ਜ਼ ਸ਼ਬਦ ਜਿਹੜਾ ਆ ਸਾਲ ਦਾ ਹੋ ਜਾਂਦਾ ਜੀ। ਤੇ ਹੁਣ ਮੈਨੂੰ ਕਦੇ ਤੰਗੀ ਨਹੀਂ ਆਈ, ਮੈਂ ਅੱਖਾਂ ਮੀਟ ਕੇ ਵੀ ਇੰਗਲਿਸ਼ ਲਿਖ ਲੈਣਾ। ਆਹਾ। ਸਪੈਲਿੰਗ ਆਪਣੇ ਗੋਰਿਆਂ ਨਾਲੋਂ ਵੀ ਵਧੀਆ ਹੋਊਗੇ। 98% ਗੋਰਿਆਂ ਨਾਲੋਂ ਵਧੀਆ। ਮੁਹਾਵਰੇਦਾਰ ਅੰਗਰੇਜ਼ੀ ਲਿਖ ਲੈਂਦਾ। ਹਾਂਜੀ ਹਾਂਜੀ। ਵੈਰੀ ਗੁੱਡ। ਤੇ ਉਹ ਪੜ੍ਹਨ 'ਚ ਫਿਰ ਮੈਂ ਪਹਿਲਾਂ ਅੰਗਰੇਜ਼ੀ ਸਿੱਖੀ ਚੰਗੀ ਤਰ੍ਹਾਂ, ਤੇ ਫਿਰ ਮੈਂ ਉਹ ਦੂਸਰੀ ਕਿਤਾਬ ਪੜ੍ਹੀ, ਅੱਛਾ ਜੀ। ਰਿਚ ਡੈਡ ਪੂਅਰ ਡੈਡ ਜੀ। ਕਮਾਲ ਦੀ ਬੁੱਕ ਸੀ ਜੀ। ਉਸ ਤੋਂ ਬਾਅਦ ਮੇਰੀ ਇੱਛਾ ਹੋਈ ਵੀ ਮੈਂ ਰਾਈਟਰ ਨੂੰ ਮਿਲਣਾ। ਅੱਛਾ ਜੀ। ਹੁਣ ਮੈਂ ਓਵਰਸਟੇ ਇੱਥੇ, ਹਾਂਜੀ। ਰਾਈਟਰ ਅਮਰੀਕਾ ਦੇ ਵਿੱਚ। ਹਾਂ। ਤੇ ਉਹ ਕੁਦਰਤੀ ਏਦਾਂ ਹੋਈ ਵੀ ਉਸ ਰਾਈਟਰ ਦਾ ਇੱਥੇ ਟੂਰ ਲੱਗਾ ਜੀ। ਤੇ ਮੈਂ ਰੋਬਰਟ ਕਿਓਸਾਕੀ ਨੂੰ ਤਾਂ ਉਹਦੀ ਵਾਈਫ ਕਿਮ ਨੂੰ, ਦੋਨਾਂ ਨੂੰ ਮਿਲਿਆ। ਹਾਂ। ਪੈਸੇ ਖਰਚ ਕੇ? ਹਾਂ, ਪੈਸੇ ਖਰਚ ਕੇ। ਫ੍ਰੀ ਕੁਛ ਨਹੀਂ ਮਿਲਿਆ, ਇੱਕ ਫ੍ਰੀ ਮੈਂ ਹੀ ਦਿੰਦਾ ਚੀਜ਼ਾਂ, ਮੈਨੂੰ ਕੁਛ ਨਹੀਂ ਫ੍ਰੀ ਮਿਲਿਆ ਜੀ। ਬਿਲਕੁਲ, ਕਿਉਂਕਿ ਮੈਨੂੰ ਪਤਾ ਹਾਂ। ਸਾਡੇ ਉਸਤਾਦ ਕਹਿੰਦੇ ਹੁੰਦੇ ਸੀ, ਇੱਕ ਵਾਰ ਮੈਂ ਇੱਕ ਸਟੈਪ ਗਲਤ ਕਰਦਾ ਸੀ ਤੇ ਉਸਤਾਦ ਤੋਂ ਬਹੁਤ ਕੁੱਟ ਖਾ ਕੇ ਉਹ ਸਟੈਪ ਜਿਹੜਾ ਉਹ ਚੰਗੀ ਤਰ੍ਹਾਂ ਕਰਨਾ ਸਿੱਖ ਲਿਆ, ਬੜੀ ਮੁੱਠੀ ਚਾਬੀ ਕੀਤੀ। ਤੁਹਾਨੂੰ ਪਤਾ ਪੰਜਾਬ ਦੇ ਵਿੱਚ ਉਸਤਾਦ ਸ਼ਾਗਿਰਦ ਪਰੰਪਰਾ ਜਿਹੜੀ ਉਹਦੇ 'ਚ ਬਹੁਤ ਕੁੱਟ ਕਟਾਪਾ ਵੀ ਜਰਨਾ ਪੈਂਦਾ ਸ਼ਾਗਿਰਦਾਂ ਨੂੰ। ਤੇ ਜਦੋਂ ਸਾਡੀ ਅੱਗੋਂ ਸਿਖਾਉਣ ਦੀ ਵਾਰੀ ਆਈ ਆਪਣੇ ਜੂਨੀਅਰਸ ਨੂੰ, ਤਾਂ ਮੈਂ ਚੁੱਪ ਚਪੀਤੇ ਬਹੁਤ ਹਲੀਮੀ ਨਾਲ ਉਹ ਸਿਖਾਉਣਾ ਸ਼ੁਰੂ ਕਰਤਾ। ਮੇਰੇ ਉਸਤਾਦ ਨੇ ਮੈਨੂੰ ਕੰਨੋਂ ਫੜ ਕੇ ਪਾਸੇ ਲਿਜਾ ਕੇ ਕਿਹਾ, ਕਾਕਾ ਮਹਿੰਗੇ ਭਾਅ ਦੀ ਚੀਜ਼ ਸਸਤੇ ਭਾਅ ਨਹੀਂ ਦੇਈਦੀ। ਹੁਣ ਅਸੀਂ ਤਾਂ ਸਸਤੇ ਭਾਅ ਦੀ, ਤੁਸੀਂ ਮੁਫਤੀ ਵੰਡੀ ਜਾਂਦੇ ਨੇ। ਬਿਲਕੁਲ ਬਿਲਕੁਲ ਜੀ, ਬਿਲਕੁਲ। ਸਮਾਂ ਬਦਲ ਗਿਆ। ਖੈਰ ਸਮਾਂ ਬਦਲ ਗਿਆ। ਏਦਾਂ ਵੀ ਜਿਹੜੀ ਚੀਜ਼ ਮੁਫਤ ਵੀ ਦਿੱਤੀ ਨਾ ਪਰਮਿੰਦਰ ਜੀ, ਜਿਹੜੇ ਲੋਕ ਉਹਦੀ ਤਸੱਲੀ ਆ, ਉਹਦੀ ਤਸੱਲੀ ਵੀ ਆ, ਤੇ ਲੋਕ ਇਹਨਾਂ ਐਪਰੀਸ਼ੀਏਟ ਕਰ ਰਹੇ। ਗੱਲੇ ਛੱਡੋ, ਮੈਂ ਅਲੱਗ-ਅਲੱਗ ਸ਼ਹਿਰਾਂ 'ਚ ਜਾਂਦਾ ਰਹਿਣਾ, ਦੂਰ ਜੀ। ਕਈ ਥਾਵਾਂ ਦੇ ਉੱਤੇ ਮੁੰਡੇ ਕੁੜੀਆਂ ਕਾਰਾਂ ਮੋੜ ਕੇ ਆਉਂਦੇ ਆ, ਜਿਹੜੇ ਪਛਾਣ ਲੈਂਦੇ ਆ। ਮੈਂ ਜਾਣਦਾ ਨਹੀਂ ਹੁੰਦਾ ਉਹਨਾਂ ਨੂੰ, ਤੇ ਉਹ ਇਸ ਕਰਕੇ ਆਉਂਦੇ ਆ, ਮਤਲਬ ਕਹਿੰਦੇ ਸਾਡੇ ਨਾਲ ਰੋਟੀ ਖਾਓ, ਸਾਡੇ ਨਾਲ ਚਾਹ ਪੀਓ, ਅਸੀਂ ਤੁਹਾਡੀਆਂ ਲਿਖਤਾਂ ਪੜ੍ਹਦੇ ਹੁੰਦੇ ਆ। ਸਾਡਾ ਉਹਨਾਂ 'ਚ ਕੀ ਇੱਦਾਂ ਦੇ ਮਿਲਦੇ, ਕਹਿੰਦੇ ਅਸੀਂ ਮਿਲੀਅਨਰ ਬਣ ਗਏ ਪਹਿਲਾਂ। ਮੈਨੂੰ ਨਹੀਂ ਮਿਲੇ ਪਹਿਲਾਂ, ਸਮਾਂ ਪਾ ਕੇ। ਹਾਂਜੀ। ਨਹੀਂ, ਮਿਲੀਅਨਰ ਬਣਨ ਨੂੰ ਇੱਥੇ ਨਿਊਜ਼ੀਲੈਂਡ ਟਾਈਮ ਨਹੀਂ ਲੱਗਦਾ, ਜਿਸ ਵੇਲੇ ਤੁਹਾਨੂੰ ਇੱਕ ਰਾਈਟ ਡਾਇਰੈਕਸ਼ਨ ਦਾ ਪਤਾ ਲੱਗਦਾ। ਉਹਨਾਂ ਨੇ 2 ਸਾਲ ਤੋਂ ਜਿਹੜੀ ਚੀਜ਼ ਪੜ੍ਹੀ ਹੈਗੀ ਆ, ਉਹਨੇ 2 ਸਾਲਾਂ 'ਚ ਫੋਲੋ ਕਰਕੇ ਜੀ ਉਹ ਉਸ ਸਟੈਪ ਦੇ ਜਿਹੜੇ ਫੋਲੋ ਕੀਤੇ ਹੈਗੇ ਆ, ਉਹਦੇ ਨਾਲ ਉਹ ਤਰੱਕੀ ਕਰ ਗਿਆ। ਬਿਲਕੁਲ। ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਜਿਹੜੇ ਬੰਦੇ ਨੂੰ ਮੈਂ ਜਾਣਦਾ ਹੀ ਨਹੀਂਗਾ, ਉਹ ਇੰਨਾ ਪੋਜ਼ਿਟਿਵ ਉਹ 'ਤੇ ਪ੍ਰਭਾਵ ਪਿਆ ਜੀ। ਤੇ ਉਹ ਜਿਸ ਵੇਲੇ ਫਿਰ ਮੈਂ ਰੋਬਰਟ ਕਿਓਸਾਕੀ ਉਹਨਾਂ ਨੂੰ ਮਿਲਿਆ, ਤੇ ਉਹਨੇ ਮੈਨੂੰ ਜਿਹੜੀ ਗੱਲ ਦੱਸੀ, ਕਹਿੰਦਾ ਵੀ ਕਿਸੇ ਵੇਲੇ ਅਸੀਂ ਕਾਰ 'ਚ ਸੌਂਦੇ ਹੁੰਦੇ ਸੀ। ਓਏ ਹੋਏ, ਇੱਕ ਸਮਾਂ ਇਦਾਂ ਦਾ ਸੀ। ਇੱਕ ਸਮਾਂ ਇਦਾਂ ਰਹਿਣ ਲਈ ਸਿਰ ਤੇ ਛੱਤ ਵੀ ਹੈ ਨਹੀਂ ਸੀ। ਕਹਿੰਦਾ ਜਿਸ ਵੇਲੇ ਉਹ ਤੁਹਾਡੀ ਇਸੇ ਗੱਲ ਤੋਂ ਨਾ ਪੰਮਾ ਰਾਜਪੂਤ ਆ ਵੀਰ ਸਾਡਾ, ਕਹਿੰਦਾ ਬਾਈ ਜੀ ਮੁਸੀਬਤਾਂ ਨਾਲ ਜੂਝੇ ਬਿਨਾਂ ਖੁਦਕੁਸ਼ੀ ਕਾਰ ਕਰਦੇ ਨੇ, ਯੋਧੇ ਨਹੀਂ। ਤੇ ਨਾਲ ਕਹਿੰਦੇ ਹੁੰਦੇ ਵੀ ਘਰ ਦਾ ਜੋਗੀ ਜੋਗੜਾ, ਬਾਹਰਲਾ ਜੋਗੀ ਸਿੱਧ। ਬਿਲਕੁਲ। ਪਰ ਮੈਂ ਦੇਖ ਲਾਂ ਘਰ ਵਾਲੀ ਵੀ ਤੁਹਾਨੂੰ ਦੇਖ ਰਹੀ ਆ। ਹਾਂਜੀ ਹਾਂਜੀ, ਬਹੁਤ ਵਧੀਆ ਗੱਲ ਜੀ। ਤੇ ਘਰ ਵਾਲੀ ਦਾ ਬਹੁਤ ਯੋਗਦਾਨ ਹੈ ਜੀ ਕਮਿਊਨਿਟੀ ਵਰਕ ਦੇ ਵਿੱਚ, ਸਾਨੂੰ ਹਮੇਸ਼ਾ ਮਾਣ ਦਿੰਦਾ ਆ। ਹੋਣਾ ਵੀ ਚਾਹੀਦਾ, ਕਿਉਂਕਿ ਪ੍ਰਾਹੁਣਿਆਂ ਨੂੰ ਜਿਹੜਾ ਆਇਆਂ ਨੂੰ ਚਾਹ ਪਾਣੀ ਰੋਟੀ ਪਾਣੀ ਜਿਹੜਾ ਉਹਦਾ ਹੀ ਕੰਮ ਹੁੰਦਾ। ਬਹੁਤ ਖੂਬ। ਤੇ ਪਰਮਾਤਮਾ ਕਰੇ ਇਹ ਜਿਹੜਾ
ਮਹਿਮਾਨ ਨਵਾਜ਼ੀ ਦਾ ਜਿਹੜਾ ਵਰਤਾਰਾ ਇਹ ਇਸੇ ਤਰ੍ਹਾਂ ਬਰਕਰਾਰ ਰਹੇ। ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ, ਅਸੀਂ ਇੱਕ ਪਿੰਡ ਵਾਂਗ, ਇੱਕ ਪਰਿਵਾਰ ਵਾਂਗ ਵਿਚਰਦੇ ਹਾਂ, ਔਰ ਇਹ ਚੀਜ਼ ਲਗਾਤਾਰ ਬਰਕਰਾਰ ਰਹਿਣੀ ਬੜੀ ਲਾਜ਼ਮੀ ਆ। ਹੁਣ ਰਾਤ ਦੇ ਸਾਡੇ ਗਿਸਬਨ ਤੋਂ ਗੈਸਟ ਆਏ ਸੀਗੇ, ਪਰ ਪੂਰਾ ਪਰਿਵਾਰ, ਅੱਛਾ ਤੇ ਚਾਰ ਸਾਡੇ ਗੈਸਟ ਬਾਅਦ ਵਿੱਚ ਆਏ। ਅੱਛਾ, ਪੂਰਾ ਦਿਨ ਅਸੀਂ ਬਿਜ਼ੀ ਰਹੇ ਵੈਰੀ ਗੁੱਡ, ਤੇ ਸਿਰਫ ਇਸੇ ਕਰਕੇ ਵੀ ਅਲੱਗ-ਅਲੱਗ ਵਿਸ਼ਿਆਂ ਤੇ ਗੱਲਬਾਤ ਕਰਦੇ ਬਹੁਤ ਸੀ। ਖੂਬ, ਬਹੁਤ ਖੂਬ। ਤੇ ਜਿਸ ਵੇਲੇ ਜੀ ਰੋਬਰਟ ਕਿਓਸਾਕੀ ਹੋਣਾ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਵੀ ਕਿਸੇ ਵੇਲੇ ਅਸੀਂ ਕਾਰ ਦੇ ਵਿੱਚ ਸੌਂਦੇ ਸੀ, ਤੇ ਜਿਹੜੀ ਕਿਤਾਬ ਬਾਅਦ ਵਿੱਚ ਵਰਲਡ ਫੇਮਸ ਹੋਈ ਤੇ ਉਹਨੂੰ ਕੋਈ ਦੁਕਾਨਦਾਰ ਆਪਣੀ ਦੁਕਾਨ ਤੇ ਰੱਖਣ ਨੂੰ ਤਿਆਰ ਨਹੀਂ ਸੀ। ਓਹੋ। ਉਹ ਕਹਿੰਦੇ ਅਖੀਰ ਦੇ ਵਿੱਚ ਇੱਕ ਮੈਂ ਪੈਟਰੋਲ ਸਟੇਸ਼ਨ ਜਾਂ ਜਿੱਥੇ ਕਾਰਾਂ ਸਫਾਈ ਕਰਦੇ ਸੀ ਉੱਥੇ ਥੋੜੀਆਂ ਕਾਪੀਆਂ ਰੱਖਿਆ ਆ। ਅੱਛਾ ਜੀ। ਤਾਂ ਮੈਂ ਕਈ ਵਾਰ ਜਾ ਕੇ ਪੁੱਛਿਆ, ਕਿਸੇ ਨੇ ਇੱਕ ਵੀ ਨਾ ਕਿਤਾਬ ਖਰੀਦੀ, 1000 ਛਪਾਈ ਸੀ ਤਾਂ 10 ਕਿਤਾਬਾਂ ਉੱਥੇ ਰੱਖ ਕੇ ਆਇਆ। ਓਹੋ, ਉਹ ਵੀ ਸਮਾਂ ਸੀ। ਉਹ ਵੀ ਸਮਾਂ ਸੀਗਾ। ਕਿਸੇ ਨੇ ਇੱਕ ਨਾ ਖਰੀਦੀ ਤਾਂ ਬਾਅਦ ਵਿੱਚ ਪਤਾ ਲੱਗਾ ਵੀ ਕੋਈ ਬੰਦਾ ਇੱਕੋ ਹੀ ਆਇਆ ਤਾਂ ਉਹ ਸਾਰੀਆਂ ਹੀ ਖਰੀਦ ਗਿਆ। ਵੈਰੀ ਗੁੱਡ। ਤਾਂ ਫਿਰ ਕਹਿੰਦਾ ਮੇਰੇ ਦੋਸਤ ਨੇ ਜਿਹੜੇ ਇਹ ਦੱਸਿਆ ਕਿ ਉਹ ਸਾਰੀਆਂ ਖਰੀਦ ਗਿਆ ਤਾਂ ਮੈਨੂੰ ਬੜੀ ਹੈਰਾਨੀ ਹੋਈ। ਅੱਛਾ ਜੀ। ਤੇ ਇੱਕ ਬੰਦੇ ਨੇ ਇੱਕ ਤਾਂ ਪੜ੍ਹ ਲਈ, ਸਾਰੀਆਂ ਕਿਉਂ ਲੈ ਗਿਆ? ਵਾਹ। ਤੇ ਉਹ ਕਹਿੰਦਾ ਵੀ ਤੇਰਾ ਫੋਨ ਨੰਬਰ ਵੀ ਲੈ ਗਿਆ, ਤਾਂ ਕਹਿੰਦਾ ਵੀ ਮੈਂ ਬਾਕੀ ਕਿਤਾਬਾਂ ਵੀ ਤੇਰੇ ਤੋਂ ਲੈਣੀਆਂ ਆ। ਅੱਛਾ ਜੀ। ਤਾਂ ਕਹਿੰਦਾ ਫਿਰ ਮੈਨੂੰ ਉਹਦਾ ਫੋਨ ਆਇਆ ਤਾਂ ਉਹ ਕਹਿੰਦਾ ਵੀ ਤੇਰੇ ਕੋਲ ਹੋਰ ਕਿਤਾਬਾਂ ਹੈਗੀਆਂ? ਕਹਿੰਦਾ ਮੈਂ ਕਿਹਾ 990 ਅਜੇ ਪਈਆਂ। ਅੱਛਾ ਜੀ। 10 ਉੱਥੇ ਰੱਖਿਆ ਹੋਇਆ ਸੀਗਾ। ਤਾਂ ਕਹਿੰਦਾ ਵੀ ਉਹਨੇ ਫਿਰ ਮੇਰੇ ਨਾਲ ਵੀ ਉਹ ਵੀ ਕੀਤਾ, ਉਹਨੇ ਵੀ ਮੇਰੇ ਤੋਂ ਉਹ ਵੀ ਕਿਤਾਬਾਂ ਲੈ ਗਿਆ। ਬਹੁਤ ਖੂਬ। ਤਾਂ ਬਾਅਦ ਵਿੱਚ ਉਹ ਕਿਤਾਬ ਜਿਹੜੀ ਹੈ ਵਰਲਡ ਫੇਮਸ ਹੋਈ ਜੀ। ਜੀ। ਉਹਨੇ ਮੇਰੀ ਜ਼ਿੰਦਗੀ ਤੇ ਬਹੁਤ ਪ੍ਰਭਾਵ ਪਾਇਆ। ਵਾਹ ਵਾਹ, ਬਹੁਤ ਖੂਬ। ਆਰਥਿਕਤਾ ਸੁਧਰ ਗਈ ਉਹਨੂੰ। ਬਹੁਤ ਖੂਬ, ਬਹੁਤ ਖੂਬ। ਅੱਛਾ ਅਵਤਾਰ ਭਾਜੀ, ਅਸੀਂ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਵਿਸ਼ਿਆਂ ਤੇ ਤੁਹਾਡੇ ਨਾਲ ਗੱਲ ਕਰਦੇ ਰਹਿੰਦੇ ਹਾਂ। ਮੋਟੇ ਤੌਰ ਤੇ ਸਾਡੇ ਜਿਹੜੇ ਭੈਣਾਂ ਭਰਾ ਇਸ ਵਕਤ ਸੰਘਰਸ਼ ਕਰ ਰਹੇ ਨੇ ਆਰਥਿਕ ਤੌਰ ਦੇ ਉੱਤੇ, ਉਹਨਾਂ ਨੂੰ ਜੇ ਤੁਸੀਂ ਸਰਲ ਭਾਸ਼ਾ ਦੇ ਵਿੱਚ 1-2 ਟਿਪਸ ਜਿਹੜੇ ਆ ਉਹ ਆਰਥਿਕ ਤੌਰ ਦੇ ਉੱਤੇ ਠੁੰਮਣਾ ਦੇਣ ਦੇ ਲਈ, ਨਰੋਏ ਰਹਿਣ ਦੇ ਲਈ, ਜੇ ਉਹ ਸਾਨੂੰ ਟਿਪਸ ਦੇਣੇ ਹੋਣ ਤਾਂ ਉਹ ਤੁਸੀਂ ਕਿਹੜੇ ਗੁਣ ਦੇਣੇ ਚਾਹੋਗੇ? ਦੇਖੋ ਜੀ, ਵੀ ਇੱਕ ਆਪਾਂ ਕਹਿੰਦੇ ਹੁੰਦੇ ਵੀ ਤਿਵਕਾ ਪਾਓ ਤਾਂ ਤਲਾਅ ਭਰ ਜਾਂਦਾ। ਯੈਸ। ਜਾਂ ਇੱਕ ਭਾਂਡਾ ਭਰਨਾ ਹੋਵੇ ਤਾਂ ਤਿਵਕਾ ਉਹ 'ਚ ਜੋੜਿਆ ਜਾਂਦਾ ਜੀ। ਕੋਈ ਇੱਕ ਸੋਲੂਸ਼ਨ ਨਹੀਂ ਹੈਗਾ ਜੀ। ਹੁਣ ਆਪਾਂ ਗੱਲ ਕਰੀਏ ਵੀ ਨਿੱਕੀਆਂ ਆਦਤਾਂ ਨੂੰ ਆਪਾਂ ਬਦਲਦੇ ਹਾਂ। ਬਿਲਕੁਲ। ਨਿਊਜ਼ੀਲੈਂਡ ਦੇ ਵਿੱਚ 40 ਘੰਟੇ ਕੰਮ ਕਰਨ ਦਾ ਰਿਵਾਜ ਹੈ। ਹਾਂਜੀ। ਜੇ ਅਸੀਂ ਆ ਲੈਂਦੇ ਹਾਂ, ਇਸ ਮੁਲਕ ਨੂੰ ਅਡੋਪਟ ਕਰ ਲੈਂਦੇ ਹਾਂ ਵੀ ਅਸੀਂ 40 ਘੰਟੇ ਕੰਮ ਕਰਨਾ, 8 ਘੰਟੇ ਰੋਜ਼ ਦਾ, 5 ਘੰਟੇ ਵੀਕ ਦੇ। ਠੀਕ ਹੈ। ਤੇ ਜਿੰਨੇ ਇੱਥੇ ਸਕਸੈਸਫੁਲ ਲੋਕ ਹੋਏ ਆ, ਜਿੰਨੇ ਬਿਜ਼ਨਸ ਦੇ ਵਿੱਚ ਆ, ਯਕੀਨ ਕਰਕੇ ਜਾਣਿਓ, ਮੈਂ ਸਾਰਿਆਂ ਨੂੰ ਜਾਣਦਾ ਔਰ ਉਹਨਾਂ ਦੇ ਵਿੱਚੋਂ ਮੋਸਟਲੀ ਮੇਰੇ ਨਾਲ ਕੰਮ ਕਰ ਗਏ ਆ ਜੀ। ਇਸ ਕਰਕੇ ਮੈਂ ਹਰ ਇੱਕ ਨੂੰ ਜਾਣਦਾ ਵੀ ਕੋਈ ਕਿੰਨਾ ਕੁ ਹਾਰਡ ਵਰਕਰ ਆ ਜੀ। ਉਹ ਜਿੰਨੇ ਤਰੱਕੀ ਕਰ ਗਏ ਆ ਜਾਂ ਜਿਹਨਾਂ ਨੂੰ ਅਸੀਂ ਫਾਈਨੈਂਸ਼ੀਅਲੀ ਸਟਰੋਂਗ ਦੇਖਦੇ ਆ, ਉਹਨਾਂ ਦੇ ਵਿੱਚ ਇੱਕ ਵੀ 8 ਘੰਟੇ ਲਾਉਣ ਵਾਲਾ ਹੈ ਨਹੀਂ। ਅੱਛਾ। ਹਾਂ, ਸਾਰਿਆਂ ਨੇ ਵੱਧ ਕੰਮ ਕੀਤਾ ਹੈ। ਬਿਲਕੁਲ। ਕਿਸੇ ਨੇ ਪਰਿਵਾਰ ਦੇ ਰੂਪ ਦੇ ਵਿੱਚ, ਕਿਸੇ ਨੇ 8 ਘੰਟੇ ਜਗ੍ਹਾ ਬਾਹਰ ਕੀਤਾ। ਕਲੈਕਟਿਵ ਐਫਰਟ ਵੀ। ਹਾਂਜੀ, ਕਲੈਕਟਿਵ ਐਫਰਟ ਹੈਗੀ ਆ। ਤੇ ਉਹਦੇ ਨਾਲ ਉਹਨਾਂ ਨੇ ਇੱਕ ਤਾਂ ਪੈਸਾ ਜੋੜਿਆ ਥੋੜਾ ਜਿਹਾ ਹਾਰਡ ਵਰਕ ਕਰਕੇ ਜੀ। ਫਿਰ ਉਹਨਾਂ ਦੀਆਂ ਦੂਸਰੀਆਂ ਆਦਤਾਂ ਵੀ, ਜਿੱਦਾਂ ਅਸੀਂ ਕ੍ਰੈਡਿਟ ਕਾਰਡ ਨਹੀਂ ਲੈਣਾ। ਕਈ ਬੰਦਿਆਂ ਨੂੰ ਉਹਦਾ ਯੂਜ਼ ਕਰਨ ਦਾ ਨਹੀਂ ਪਤਾ ਹੁੰਦਾ। ਬਜਟਿੰਗ ਪੱਖੋਂ ਹਾਂਜੀ ਆਪਟੀਮਿਸਟਿਕ ਤਰੀਕੇ ਨਾਲ ਵਰਤਿਆ। ਬਿਲਕੁਲ। ਤੇ ਫਿਰ ਪਰਿਵਾਰ ਦੇ ਵਿੱਚ ਜਿਹੜੇ ਹੈਗੇ ਖਰਚਾ ਜਿਹੜਾ ਇੱਕ ਪਰਿਵਾਰ ਦੇ ਮੈਂਬਰ ਦੇ ਹੱਥ ਰਿਹਾ ਜੀ। ਤੇ ਉਹਦਾ ਬੜਾ ਅਸਰ ਪਿਆ ਵੀ ਜੇ ਤੁਸੀਂ ਸਾਰੇ ਆਪੋ ਆਪਣੀਆਂ ਤਨਖਾਹਾਂ ਲੈ ਕੇ ਤੁਰ ਜਾਂਦੇ ਆ ਤਾਂ ਬਰਕਤ ਰਹੀ। ਹਾਂਜੀ, ਉਹਦੇ ਨਾਲ ਬਰਕਤ ਰਹੀ ਵੀ ਇੱਕ ਬੰਦੇ ਨੇ ਸਾਰਿਆਂ ਨੂੰ ਫੇਅਰਲੀ ਟਰੀਟ ਕੀਤਾ। ਤੇ ਜਿਸ ਵੇਲੇ ਅਸੀਂ ਥੋੜ੍ਹੀਆਂ ਇਹ ਚੀਜ਼ਾਂ ਕਰੀ ਜਾਂਦੇ ਆ, ਪਰਿਵਾਰ ਦਾ ਇੱਕ ਮੈਂਬਰ ਮੰਨ ਲਓ ਵਧੀਆ ਜੌਬ ਲੱਭਣ ਲੱਗ ਪੈਂਦਾ, ਜਾਂ ਇੱਕ ਬੰਦਾ ਕੋਈ ਬਿਜ਼ਨਸ ਛੋਟਾ ਸ਼ੁਰੂ ਕਰ ਲੈਂਦਾ, ਭਾਵੇਂ ਉਹ ਕਲੀਨਿੰਗ ਦਾ ਬਿਜ਼ਨਸ ਹੋਵੇ, ਚਾਹੇ ਲੋਨ ਮਾਈਨਿੰਗ ਦਾ ਬਿਜ਼ਨਸ ਹੋਵੇ। ਹਾਂਜੀ। ਇਹ ਨਹੀਂ ਹੈ ਵੀ ਕਿਤੇ ਤੁਸੀਂ $1.5 ਲੱਖ ਨਾਲ ਸ਼ੁਰੂ ਕਰਨਾ। ਬਿਜ਼ਨਸ 5000 ਨਾਲ ਸ਼ੁਰੂ ਹੁੰਦੇ ਆ। ਬਿਲਕੁਲ। ਤੇ ਉਹ ਕੀਤੇ ਜਾ ਸਕਦੇ ਔਰ ਜੌਬ ਦੇ ਨਾਲ ਵੀ ਕੀਤੇ ਜਾ ਸਕਦੇ। ਵੈਲ ਸੈਡ। ਤੇ ਉਹ ਸਾਰੀਆਂ ਚੀਜ਼ਾਂ ਕਰਕੇ ਜਿਹੜਾ ਆਪਾਂ ਉੱਥੇ ਪਹੁੰਚ ਸਕਦੇ ਹਾਂ ਜੀ। ਤੇ ਇੱਦਾਂ ਵੀ ਫਿਰ ਇਹ ਵੀ ਨਾ ਸੋਚੋ ਵੀ ਅਸੀਂ ਪਹਿਲਾ ਬਿਜ਼ਨਸ ਕਰਨਾ, ਉਹਦੇ 'ਚ ਹੀ ਸਕਸੈਸਫੁਲ ਹੋਣਾ। ਠੀਕ ਹੈ। ਤੇ ਨਿਊਜ਼ੀਲੈਂਡ ਦੇ ਵਿੱਚ ਬੈਕਅਪ ਮਨੀ ਰੱਖ ਕੇ, ਹਾਂਜੀ, ਸਬਰ ਸੰਤੋਖ ਨਾਲ ਥੋੜਾ ਜਿਹਾ ਫਿਰ। ਹਾਂਜੀ। ਤੇ ਇੱਕ ਜਿਹੜਾ ਨੌਲੇਜ ਤੋਂ ਬਿਨਾਂ ਮੈਦਾਨ ਦੇ ਵਿੱਚ ਕੁੱਦੋ ਨਾ, ਮਾਰਕੀਟ ਰਿਸਰਚ ਜਿਹੜੀ ਤੁਹਾਡੀ ਹੋਣੀ ਚਾਹੀਦੀ ਪਹਿਲਾਂ। ਜਿਹੜਾ ਵਰਲਡ ਲੈਵਲ ਦੇ ਉੱਤੇ ਜਿਸ ਵੇਲੇ ਆਪਾਂ ਦੇਖੀਏ ਲੋਕ ਕਿਹੜੇ ਅਮੀਰ ਹੋਏ ਆ, ਹਾਂਜੀ, ਉਹਦਾ ਇੱਕ ਚੀਜ਼ ਸਾਹਮਣੇ ਆਉਂਦੀ ਕਾਮਨ ਵੀ ਜਿਨ੍ਹਾਂ ਨੇ ਐਪਰੀਸ਼ੀਏਟਿੰਗ ਐਸੈਟ ਲਏ ਆ ਉਹ ਅਮੀਰ ਹੋਏ ਆ। ਅੱਛਾ। ਜਿਹਨੇ ਡੈਪਰੀਸ਼ੀਏਟਿੰਗ ਐਸੈਟ ਲਏ ਆ ਉਹ ਗਰੀਬ ਹੋਏ ਆ। ਕੀ ਬਾਤ ਹੈ। ਉਹਦਾ ਸਿੱਧਾ ਹਿਸਾਬ ਆ ਵੀ ਡੈਪਰੀਸ਼ੀਏਟਿੰਗ ਐਸੈਟ ਉਹ ਹੈਗੇ ਆ, ਹਾਂਜੀ, ਜਿਹੜੇ ਤੁਹਾਡੀ ਜੇਬ 'ਚੋਂ ਪੈਸਾ ਕੱਢਦੇ ਆ। ਐਪਰੀਸ਼ੀਏਟਿੰਗ ਐਸੈਟ ਉਹ ਆ ਜਿਹੜੇ ਤੁਹਾਡੀ ਜੇਬ 'ਚ ਪੈਸਾ ਪਾਉਂਦੇ ਆ। ਅੱਛਾ, ਹੁਣ ਮੈਂ ਕਿਸੇ ਨੂੰ ਕਹਿ ਦਵਾਂ ਟੀਵੀ ਨਹੀਂ ਲੈਣਾ, ਅਗਲਾ ਗੁੱਸਾ ਕਰ ਜਾਂਦਾ। ਇਸ ਕਰਕੇ ਆਈਸਕ੍ਰੀਮ ਰਹਿਣ ਦੇ ਉਹ ਖਾਣ ਵਾਲਾ ਲੈ ਯਾਰ, ਸਵੀਡਿਸ਼ ਰੋਕੀ ਜਾਂਦਾ ਸਾਡੀ।
ਤੇ ਜਿਸ ਵੇਲੇ ਮੈਂ ਪਰਿਭਾਸ਼ਾ ਦਿੱਤੀ ਆ ਵੀ ਤੁਸੀਂ ਸਿਰਫ ਇਹ ਦੇਖੋ ਵੀ ਜਿਹੜੀ ਚੀਜ਼ ਤੁਸੀਂ ਲੈਣ ਜਾ ਰਹੇ ਆ ਹਾਂ। ਉਹ ਤੁਹਾਡੀ ਜੇਬ 'ਚ ਪੈਸਾ ਪਾਊਗੀ ਜਾਂ ਕੱਢੂ। ਹਾਂ। ਉਹ ਤਾਂ ਤੁਸੀਂ ਆਪ ਹੀ ਫੈਸਲਾ ਕਰ ਲਓ ਕਿ ਤੁਸੀਂ ਅਮੀਰ ਬਣਨ ਦੀ ਤਿਆਰੀ 'ਚ ਆ ਜਾਂ ਗਰੀਬੀ ਮੁੱਲ ਲੈਣ ਦੀ ਤਿਆਰੀ 'ਚ ਆ। ਬਿਲਕੁਲ ਕਿਤੇ ਤੁਸੀਂ ਦੇਖਿਓ ਵੀ ਆਈਸਕ੍ਰੀਮ ਜਿਹੜੀ $4-5 ਦੀ ਆਉਂਦੀ ਆ ਜੀ, ਕਿਤੇ ਤੁਸੀਂ ਜਿਹੜਾ ਹਿਸਾਬ ਕਿਤਾਬ ਕਰਨ ਵਾਲਾ ਮੌਗਜ ਬ੍ਰੋਕਰ ਨੂੰ ਜਾਂ ਬੈਂਕ ਮੈਨੇਜਰ ਨੂੰ ਪੁੱਛਿਓ ਹਾਂ ਜੀ, ਕਿ ਮੈਂ ਘਰ ਦਾ ਲੋਨ ਲਿਆ ਹੈ, ਜੇ ਮੈਂ ਤੈਨੂੰ $5 ਐਕਸਟਰਾ ਦੇ ਦਿਆ ਕਰਾਂ ਹਰ ਰੋਜ਼ ਦੇ ਹਾਂ ਤਾਂ ਮੇਰਾ ਕਿੰਨਾ ਵਿਆਜ ਬਚਦਾ। ਹਾਂ, ਔਰ ਹਜ਼ਾਰਾਂ ਡਾਲਰਾਂ ਦਾ ਵਿਆਜ ਹੋ ਜੂ ਸਿਰਫ ਇੱਕ ਆਈਸਕ੍ਰੀਮ ਛੱਡਣਾ। ਸਹੀ ਗੱਲ। ਤੇ ਨਾਲ ਸਿਹਤ ਵੀ ਠੀਕ ਤੁਹਾਡੀ ਗੱਲ ਰਹੂਗੀ। ਯਾਦ ਆ, ਔਰ ਹੁਣ ਤੋਂ 13 ਕੁ ਸਾਲ ਪਹਿਲਾਂ ਤੁਸੀਂ ਇਹ ਗੱਲ ਕੀਤੀ ਸੀ। ਹਾਂਜੀ ਹਾਲੇ ਤੇ ਮੇਰੇ ਦਿਮਾਗ 'ਚ ਇਹ ਗੱਲ ਹੈਗੀ ਆ, ਹਾਂਜੀ ਔਰ ਹੋਣੀ ਵੀ ਚਾਹੀਦੀ ਆ। ਜਿੰਨੇ ਹੀ ਵਧੀਆ ਤਰੀਕੇ ਨਾਲ ਤੁਸੀਂ ਦਲੀਲ ਦੇ ਨਾਲ ਆਪਣੀ ਗੱਲ ਸਮਝਾਈ ਸੀ, ਬਹੁਤ ਸਾਰੇ ਸਾਡੇ ਮਿੱਤਰ ਜਿਹੜੇ ਉਹ ਸਮਝਦੇ ਵੀ ਆ। ਗੁਰਪ੍ਰੀਤ ਸੈਣੀ ਆ ਸਾਡਾ ਇੱਕ ਮਿੱਤਰ, ਉਹ ਕਹਿੰਦਾ ਵੀ ਹੀ ਇਜ਼ ਮਾਸਟਰ ਇਨ ਪ੍ਰੋਪਰਟੀ ਫੀਲਡ। ਅਵਤਾਰ ਭਾਜੀ ਇਜ਼ ਅ ਲੈਜੈਂਡ। ਥੈਂਕ ਯੂ ਜੀ ਗੁਰਪ੍ਰੀਤ ਜੀ। ਸੋ ਜਦੋਂ ਇਹ ਗੱਲਾਂ ਬਾਤਾਂ ਚੱਲਦੀਆਂ ਅਵਤਾਰ ਜੀ, ਇਸ ਵਿਸ਼ੇ ਨੂੰ ਲੈ ਕੇ ਬਹੁਤ ਲੰਮੀ ਚੌੜੀ ਗੱਲਬਾਤ ਜਿਹੜੀ ਹੈ ਆਉਂਦੇ ਸਮੇਂ 'ਚ ਅਸੀਂ ਤੁਹਾਡੇ ਨਾਲ ਕਰਾਂਗੇ। ਲੇਕਿਨ ਜਿੰਨੀ ਕੁ ਗੱਲ ਆਪਣੀ ਹੋਈ ਆ ਉਹਦੇ ਨਾਲ ਮੈਂ ਉਮੀਦ ਕਰਦਾ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਤੁਹਾਡੇ ਤਹੱਮਲ ਨੂੰ ਦੇਖ ਕੇ, ਤੁਹਾਡੇ ਹਲੀਮੀ ਵਾਲੇ ਵਿਹਾਰ ਨੂੰ ਦੇਖ ਕੇ, ਤੁਹਾਡੀ ਤਸੱਲੀ ਵਾਲੇ ਚਿਹਰੇ ਨੂੰ ਦੇਖ ਕੇ ਬਹੁਤ ਸਾਰੀ ਉਮੀਦ ਵੱਜੀ ਹੋਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਇਸੇ ਰਸਤੇ 'ਤੇ ਤੁਰ ਕੇ ਜ਼ਿੰਦਗੀ 'ਚ ਹੌਲੀ ਹੌਲੀ ਕਾਮਯਾਬ ਹੋ ਸਕਦੇ ਆ। ਐਸੀ ਗੱਲ ਨਹੀਂ ਆ, ਲੇਕਿਨ ਉਹਦੇ ਲਈ ਇਹ ਆ ਕਿ ਉਮੀਦ ਦਾ ਪੱਲਾ ਨਾ ਛੱਡਿਆ ਜਾਵੇ ਤੇ ਕਰਮਯੋਗੀ ਰਹੋ। ਬਿਲਕੁਲ ਜੀ, ਕੰਮ ਦਾ ਪੱਲਾ ਨਾ ਛੱਡੋ, ਮਿਹਨਤ ਕਰਦੇ ਰਹੋ। ਜਿਹੜੀ ਡਾਇਰੈਕਸ਼ਨ ਆ ਤੁਸੀਂ ਸਹੀ ਡਾਇਰੈਕਸ਼ਨ ਲੱਭਣ ਦੀ ਕੋਸ਼ਿਸ਼ ਕਰੋ। ਡਾਇਰੈਕਸ਼ਨਾਂ ਉਹ ਆ ਜਿਹੜੀਆਂ ਤੁਸੀਂ ਖੁਦ ਬਣਾਉਣੇ ਆ। ਬਿਲਕੁਲ। ਤੁਸੀਂ ਦੂਜੇ ਦੀ ਕਾਪੀ ਕਰ ਸਕਦੇ ਆ, ਵਧੀਆ ਚੀਜ਼ਾਂ ਦੀ ਕਾਪੀ ਕਰਨੀ ਵੀ ਚਾਹੀਦੀ ਆ ਜੀ, ਪਰ ਜੇ ਅਸੀਂ ਹਰ ਚੀਜ਼ ਦੇ ਵਿੱਚ ਦੂਸਰੇ ਦੀ ਕਾਪੀ ਕਰਾਂਗੇ ਤਾਂ ਅਸੀਂ ਓਰੀਜਨਲ ਤੋਂ ਪਿੱਛੇ ਰਹਿ ਜਾਵਾਂਗੇ। ਵੈਰੀ ਗੁੱਡ। ਇਸ ਕਰਕੇ ਜਿੱਥੇ ਕਾਪੀ ਕਰਨੀ ਜ਼ਰੂਰੀ ਆ ਉੱਥੇ ਅਸੀਂ ਆਪਣੇ ਨਵੇਂ ਰਸਤੇ ਵੀ ਲੱਭਣੇ ਆ। ਬਹੁਤ ਖੂਬ, ਬਹੁਤ ਖੂਬ। ਬੜੀ ਮਿਹਰਬਾਨੀ ਅਵਤਾਰ ਭਾਜੀ, ਤੁਸੀਂ ਸਟੂਡੀਓ 'ਚ ਆਏ ਔਰ ਸਾਨੂੰ ਇੰਨਾ ਸਮਾਂ ਦਿੱਤਾ ਕਿ ਅਸੀਂ ਇੱਥੇ ਸਮੇਂ ਤੋਂ ਥੋੜ੍ਹਾ ਲੇਟ ਚੱਲ ਰਹੇ ਸੀ ਤੇ ਤੁਸੀਂ ਐਡਜਸਟਮੈਂਟ ਕੀਤੀ ਉਸ ਤਰੀਕੇ ਦੇ ਨਾਲ। ਆਉਣ ਵਾਲੇ ਸਮੇਂ 'ਚ ਹੋਰ ਵੀ ਗੱਲਾਂ ਬਾਤਾਂ, ਤੁਹਾਡੀ ਜਿਹੜੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਉਹਦੇ ਬਾਰੇ ਲਗਭਗ 1 ਘੰਟੇ ਦੀ ਗੱਲਬਾਤ ਜਿਹੜੀ ਹੈ ਉਹ ਅਸੀਂ ਵਾਅਦਾ ਕਰਦੇ ਹਾਂ। ਉਹਦੇ ਲਈ ਮੈਂ 1.5-2 ਮਹੀਨੇ ਦਾ ਸਮਾਂ ਚਾਹੁੰਦਾ ਤੁਹਾਡੇ ਤੋਂ, ਕਿਉਂਕਿ ਮੈਂ ਆਪ ਵੀ ਤਿਆਰੀ ਕਰਕੇ ਉਹਦੇ ਲਈ ਆਉਣਾ ਚਾਹੁੰਦਾ ਤੇ ਫਿਰ ਖੁੱਲ੍ਹ ਕੇ ਗੱਲਾਂ ਬਾਤਾਂ ਕਰਾਂਗੇ। ਉਦੋਂ ਤੱਕ ਦੋਸਤੋ ਪੜ੍ਹਦੇ ਰਹਿਣਾ। ਅਵਤਾਰ ਸਿੰਘ ਜਿਹੜੇ ਪਿੰਡ ਖੁਰਦਪੁਰ ਦੇ ਜੱਦੀ ਵਸਨੀਕ ਨੇ ਔਰ ਇੱਥੇ ਪੁੱਕੀ ਕੋਈ 'ਚ ਵਸਦੇ ਨੇ। ਅਵਤਾਰ ਤਰਕਸ਼ੀਲ ਦੇ ਨਾਂ ਦੇ ਨਾਲ ਇਹਨਾਂ ਦਾ ਫੇਸਬੁੱਕ ਦੇ ਉੱਤੇ ਬਹੁਤ ਸਾਰਾ ਜਿਹੜਾ ਮੈਟਰ ਹੈ ਪੜ੍ਹਨਯੋਗ ਹੈ। ਸੋ ਆਪਣਾ ਸਾਥ ਸਹਿਯੋਗ ਇਸ ਤਰ੍ਹਾਂ ਦਿੰਦੇ ਰਹਿਣਾ। ਅਵਤਾਰ ਤਰਕਸ਼ੀਲ ਜੀ, ਸਟੂਡੀਓ 'ਚ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ ਸਰ। ਸੋ ਦੋਸਤੋ ਇਹ ਸਨ ਅਵਤਾਰ ਤਰਕਸ਼ੀਲ, ਜਿਹੜੇ ਕਿ ਆਪਣਾ ਜਿਹੜੇ ਵਡਮੁੱਲੇ ਵਿਚਾਰ ਨੇ ਵੱਖ-ਵੱਖ ਵਿਸ਼ਿਆਂ ਉੱਤੇ ਵੱਖ-ਵੱਖ ਸਮਿਆਂ 'ਤੇ ਦਿੰਦੇ ਰਹਿੰਦੇ ਨੇ। ਸੋ ਸਤਿੰਦਰ ਮਨਹਾਸ ਉਹਨਾਂ ਦੀ ਵੀ ਹਾਜ਼ਰੀ ਲਵਾਉਂਦੇ ਆ, ਬੱਬੂ ਸੈਣੀ ਹੁਣੀ ਉਹਨਾਂ ਦੀ ਵੀ ਹਾਜ਼ਰੀ ਲਵਾਉਂਦੇ ਆ, ਮਨਪ੍ਰੀਤ ਘੁੰਮਣ ਨੇ ਵੀ ਕਹਿੰਦੇ ਹੀ ਇਜ਼ ਜੀਨੀਅਸ ਐਂਡ ਹੰਬਲ। ਬਿਲਕੁਲ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਤੁਸੀਂ ਉਹਨਾਂ ਦੀ ਜਿਹੜੀ ਔਨ ਸਕਰੀਨ ਅਪੀਅਰੈਂਸ ਆ ਉਸ ਤੋਂ ਅੰਦਾਜ਼ਾ ਲਾ ਲਿਆ ਹੋਣਾ। ਸੋ ਬਹੁਤ ਬਹੁਤ ਧੰਨਵਾਦ ਸਾਰੇ ਹੀ ਪਿਆਰਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ, ਸਹਿਯੋਗ ਦਿੱਤਾ। ਆਉਣ ਵਾਲੇ ਕੱਲ੍ਹ 7:30 ਵਜੇ ਸਵੇਰੇ ਸੁਰਿੰਦਰ ਗਰਚਾ ਜੀ ਦੁਬਾਰਾ ਫਿਰ ਆਪਣੇ ਲਾਈਵ ਸ਼ੋਜ਼ ਲੈ ਕੇ ਹਾਜ਼ਰ ਹੋ ਜਾਣਗੇ ਔਰ ਉਹਨਾਂ ਦਾ ਸਾਥ ਦੇਣਾ ਨਾ ਭੁੱਲਣਾ। ਉਸ ਤੋਂ ਬਾਅਦ 10:30 ਤੋਂ ਲੈ ਕੇ 12:30 ਵਜੇ ਤੱਕ ਮੇਰਾ ਤੇ ਤੁਹਾਡਾ ਸਾਥ ਰਹੇਗਾ ਪ੍ਰੋਗਰਾਮ ਨਾਲੇ ਗੱਲਾਂ ਨਾਲੇ ਕੀ ਦੇ ਦੌਰਾਨ। ਸੋ ਮੇਰੇ ਵੱਲੋਂ, ਭਾਜੀ ਅਵਤਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਦਾ ਸੁਨੇਹਾ। ਤੁਸੀਂ ਮਹਿਕਦੇ ਚਹਿਕਦੇ ਤੇ ਟਹਿਕਦੇ ਰਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਹਲਕੇ ਚ ਲੈਣਾ ਹੈ ਤੁਹਾਡੀ ਨਾਦਾਨੀ। Well done, ਕੋਈ Thank you. ਅਕਾਊਂਟ ਕੋਈ Very good. ਪਰੇਸ਼ਾਨੀ, ਗਲੋਬਲ ਟੈਕਸ ਅਕਾਊਂਟੈਂਟਸ ਨਹੀਂ ਹੋਣ ਦਿੰਦੇ ਤੁਹਾਡੀ ਹਾਨੀ। ਜੀ ਹਾਂ, ਇਹਨਾਂ ਨੂੰ ਹੈ 35 ਤੁਸੀਂ ਕਾਫੀ ਲੇਟ ਹੋ ਜਾਂਦੇ ਅੱਜ ਦਿਨ। ਹਾਂਜੀ, ਮੇਰਾ ਤੇ ਸੋਮਵਾਰ ਮੰਗਲਵਾਰ ਦੋਨੇ ਬਿਜ਼ੀ ਹੁੰਦੇ ਜੀ ਕਾਫੀ।